ਜਦੋਂ ਕੱਲਿਆਂ ਬੱਚੇ ਨੂੰ ਬਾਹਰ ਭੇਜਣ ਦੀ ਗੱਲ ਆਉਂਦੀ ਹੈ, ਘਰੋਂ ਦੂਰ ਕਿਤੇ ਬੱਚੇ ਨੂੰ ਪਰਦੇਸੀ ਭੇਜਣ ਦੀ ਗੱਲ ਤੁਰਦੀ ਹੈ ਤੇ ਹਾਂਜੀ ਮੁੰਡਿਆਂ ਨੂੰ ਭੇਜਣ ਦੇ ਲਈ ਜਿੱਥੇ ਅਸੀਂ ਰਾਜ਼ੀ ਹੁੰਨੇ ਆ, ਕੁੜੀਆਂ ਨੂੰ ਕੱਲਿਆਂ ਨੂੰ ਭੇਜਣ ਦੇ ਲਈ ਅਸੀਂ ਰਾਜ਼ੀ ਨਹੀਂ ਹੁੰਦੇ ਜੀ। ਉਸ ਚੀਜ਼ ਨੂੰ ਅਸੀਂ ਸੁਲਝਾਉਂਦੇ ਬਹੁਤਾਤ ਦੇ ਵਿੱਚ ਇਹਨਾਂ ਫੈਸਲਿਆਂ ਤੇ ਪਹੁੰਚਦੇ ਆ ਕਿ 20% ਜੇ ਕੁਝ ਗਲਤ ਚੀਜ਼ਾਂ ਹੈ ਵੀ ਆ ਜਾਂ 30% ਵੀ ਲਗਾ ਲਓ ਹਨਾ, ਪਰ ਜਿਹੜੀਆਂ ਚੰਗੀਆਂ ਹੋਈਆਂ ਸੀ ਉਹ ਕਦੇ ਵੀ ਨਹੀਂ ਮੀਡੀਆ 'ਚ ਲੈ ਕੇ ਆਉਂਦੇ। ਜਿਹੜੀਆਂ ਗਲਤ ਚੀਜ਼ਾਂ ਹੋ ਰਹੀਆਂ ਨੇ, ਸਪੈਸ਼ਲੀ ਜਦੋਂ ਕੁੜੀਆਂ ਦਾ ਮਸਲਾ ਆ ਜਾਂਦਾ ਨਾ, ਜੇਕਰ ਤੇ ਉਹ ਮੁੰਡਾ ਹੈ ਜੀ ਬਾਹਰ ਜਿਹਨੇ ਆਉਣਾ ਹੈ ਤੇ ਤੁਸੀਂ ਵੀ ਹੱਸ ਕੇ ਕਹਿ ਦਿੰਦੇ ਹੋ ਕਿ ਹਾਂਜੀ ਬਿਲਕੁਲ ਠੀਕ ਹੈ, ਸਹੀ ਫੈਸਲਾ ਹੈ, ਤੁਸੀਂ ਇਹਨਾਂ ਨੂੰ ਆਇਲਸ ਕਰਾਓ ਜੀ ਤੇ ਇਹਨਾਂ ਨੂੰ ਭੇਜ ਦਿਓ। ਜੇਕਰ ਮੁੰਡੇ ਦੀ ਬਜਾਏ ਕੁੜੀ ਦੀ ਗੱਲ ਹੋ ਰਹੀ ਆ ਤੇ ਸ਼ਾਇਦ ਅਸੀਂ ਸ਼ਸ਼ੋ ਪੰਚ ਪੈ ਜਾਂਦੇ ਆ ਜੀ। ਸਿਰਫ ਮੁੰਡਿਆਂ ਨੂੰ ਬਾਹਰ ਭੇਜਿਆ ਜਾਂਦਾ ਸੀ, ਕੁੜੀਆਂ ਪੜ੍ਹਦੀਆਂ ਨਹੀਂ ਸੀ, ਘਰੇ ਰਹਿੰਦੀਆਂ ਸੀ। ਤੇ ਉਸ ਚੀਜ਼ ਚੋਂ ਇੱਕ ਹੋਰ ਚੀਜ਼ ਨਿਕਲ ਕੇ ਬਾਹਰ ਆਈ, ਫਿਰ ਕੁੜੀਆਂ ਨੇ ਹੌਸਲਾ ਕੀਤਾ ਕਿ ਅਸੀਂ ਪੜ੍ਹਨਾ ਆ, ਹੈਨਾ, ਉਹ ਬਦਲਾਅ ਆਇਆ, ਕੁੜੀਆਂ ਨੇ ਪੜ੍ਹਨਾ ਸ਼ੁਰੂ ਕੀਤਾ। ਪਰ ਉਹ 10-15 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਬਦਲਾਅ ਬਿਲਕੁਲ ਹੀ ਪੁੱਠਾ ਪੈ ਗਿਆ। ਜ਼ਿਆਦਾਤਰ ਜਿਹੜੇ ਮਾਪੇ ਨੇ ਅਸੀਂ ਫੈਸਲਾ ਇਹ ਬਣਾ ਲੈਂਦੇ ਆ ਕਿ ਅੱਛਾ ਕੁੜੀ ਦਾ ਵਿਆਹ ਕਰ ਦਿਓ। ਪਲੱਸ 2 ਤੋਂ ਬਾਅਦ ਕਿੰਨੀ ਕੁ ਉਮਰ ਹੁੰਦੀ ਹੈ? ਮੈਨੂੰ ਲੱਗਦਾ 17 18 19 ਹਾਂ ਬਿਲਕੁਲ। ਸੋ ਇਸ ਉਮਰ ਦੇ ਵਿੱਚ ਜਦੋਂ ਅਸੀਂ ਵਿਆਹ ਕਰ ਦਿੱਤਾ ਬੱਚੇ ਦਾ, ਜੀ ਬੱਚੇ ਦਾ ਦਿਮਾਗ ਤਾਂ ਰੈਡੀ ਨਹੀਂ ਸੀ ਇੰਨੇ ਮੈਚੁਰ ਫੈਸਲੇ ਲੈਣ ਦੇ ਲਈ ਜੀ। ਉਹ ਕਈ ਕੇਸਿਸ ਦੇ ਵਿੱਚ ਤੇ ਉਹ ਮੁੰਡੇ ਕੁੜੀ ਦੀ ਆਪਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਵੀ ਨਹੀਂ ਬਣੀ। ਪੰਜਾਬੀ ਵਾਈਬਸ ਦੇਖ ਸੁਣ ਰਹੇ ਸਾਰੇ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਜੀਤ ਤੇ ਮੇਰੇ ਨਾਲ ਜਸਪ੍ਰੀਤ। ਸਤਿ ਸ਼੍ਰੀ ਅਕਾਲ। ਅਸੀਂ ਹਾਜ਼ਰ ਹੋ ਗਈਆਂ ਅਗਲਾ ਪੋਡਕਾਸਟ ਲੈ ਕੇ। ਪੋਡਕਾਸਟ ਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਜਦੋਂ ਚਰਚਾ ਕਰਦੇ ਹਾਂ ਤੇ ਕਈ ਵਾਰ ਇੱਕ ਵਿਸ਼ੇ ਦੇ ਵਿੱਚੋਂ ਕਈ ਵਿਸ਼ੇ ਨਿਕਲਦੇ ਨੇ। ਪਿੱਛੇ ਜੇ ਅਸੀਂ ਗੱਲ ਕਰ ਰਹੇ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿਹੜੇ ਰਿਸ਼ਤਿਆਂ ਦੇ ਵਿੱਚ ਜਦੋਂ ਤਣਾਅ ਵੱਧ ਜਾਂਦਾ ਕਈ ਵਾਰ, ਤੇ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਤੇ ਜੇ ਅਸੀਂ ਕੰਮ ਕਰ ਲਈਏ ਤੇ ਉਹ ਥੋੜੇ ਸੁਖਾਲੇ ਵੀ ਹੋ ਜਾਂਦੇ ਨੇ। ਭੈਣ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਇਸ ਵਿਸ਼ੇ ਦੇ ਬਾਰੇ ਚਰਚਾ ਹੀ ਕਰ ਰਹੇ ਸੀ, ਤੇ ਵੈਸੇ ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਮਰ ਦੇ ਲਿਹਾਜ਼ ਦੇ ਨਾਲ ਜਦੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ, ਬਿਲਕੁਲ ਜਿਵੇਂ ਸਰਤਾਜ ਨੇ ਕਿਹਾ ਸੀ ਨਾ ਆਪਣੇ ਗੀਤ ਦੇ ਵਿੱਚ ਕਿ ਲਿਖਣ ਗਾਉਣ ਦੀ ਦਾਤ ਰੱਬੀ ਹੁੰਦੀ ਹੈ ਤੇ ਅਕਲ ਆਉਣ ਦੀ ਜਿਹੜੀ ਉਮਰ ਹੈ ਉਹ 26 ਹੁੰਦੀ ਹੈ ਜੀ। ਇਹ ਮੇਰੇ ਖਿਆਲ 25 26 19 ਉਮਰ ਹੁੰਦੀ ਹੈ ਜਦੋਂ ਆਪਾਂ ਕਾਲਜ ਖਤਮ ਕਰਦੇ ਹਾਂ, ਗ੍ਰੈਜੂਏਸ਼ਨ ਕਰ ਲੈਂਦੇ ਆ, ਤੇ 19 ਉਮਰ ਦੇ ਵਿੱਚ ਆਮ ਤੌਰ ਤੇ ਜਿਵੇਂ ਜਦੋਂ ਵਿਆਹ ਦੇ ਯੋਗ ਤੁਹਾਨੂੰ ਸਮਝਿਆ ਜਾਂਦਾ ਜੀ। ਬਿਲਕੁਲ ਇਹ ਅੱਜ ਕੱਲ ਦਾ ਜੇ ਆਪਾਂ ਰੁਝਾਨ ਦੇਖੀਏ ਤੇ ਜਿਵੇਂ ਪਿੱਛੇ ਜੇ ਰਣਜੀਤ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਉਹ ਰੀਸੈਂਟਲੀ ਪੰਜਾਬ ਤੋਂ ਆ ਕੇ ਜੋ ਉਹਨੇ ਇੱਥੇ ਦੇਖਿਆ ਕਿ ਪਲੱਸ 2 ਤੋਂ ਬਾਅਦ ਖਾਸ ਕਰਕੇ ਕੁੜੀਆਂ ਮੁੰਡਿਆਂ ਦਾ ਜ਼ੋਰ ਜਿਹੜਾ ਉਹ ਆਇਲਸ ਕਰਨ ਤੇ ਲੱਗਿਆ ਹੋਇਆ ਕਿ ਧਿਆਨ ਬਾਹਰ ਨੂੰ ਹੈ। ਹਾਂਜੀ ਡੈਫੀਨੇਟਲੀ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ ਜਿਹੜੇ ਪੜ੍ਹ ਲਿਖ ਕੇ ਉੱਥੇ ਇੰਨੇ ਸਾਲ ਧੱਕੇ ਖਾ ਕੇ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡਾ ਫਿਊਚਰ ਸਿਕਿਉਰ ਨਹੀਂ ਤੁਹਾਨੂੰ ਦਿਖ ਰਿਹਾ, ਫਿਰ ਤੁਸੀਂ ਇਹ ਇਦਾਂ ਦੇ ਫੈਸਲੇ ਕਰਦੇ ਹੋ, ਤੁਹਾਨੂੰ ਕਦਮ ਚੁੱਕਣਾ ਪੈਂਦਾ, ਤੁਸੀਂ ਉੱਥੋਂ ਬਾਹਰ ਵੀ ਆਉਂਦੇ ਹੋ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਤੁਹਾਨੂੰ ਫਿਰ ਇੰਜ ਅਹਿਸਾਸ ਹੁੰਦਾ ਕਿ ਜੇ ਤੁਸੀਂ ਮਿਹਨਤ ਕਰ ਰਹੇ ਹੋ ਤੇ ਤੁਹਾਨੂੰ ਤੁਹਾਡੇ ਕਰੀਅਰ ਦੀ ਗਰੋਥ ਦੇ ਵਿੱਚ ਅੱਗੇ ਓਪਰਚੁਨਿਟੀਜ਼ ਮਿਲ ਰਹੀਆਂ ਨੇ, ਤੁਸੀਂ ਸੈਟਲ ਹੋ ਰਹੇ ਹੋ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਪੀੜ੍ਹੀ ਦਰ ਪੀੜ੍ਹੀ ਇਹ ਪ੍ਰਵਾਸ ਜਿਹੜੇ ਨੇ ਤੁਰੇ ਰਹਿੰਦੇ ਨੇ। ਬਿਲਕੁਲ ਪਤਾ ਮੈਨੂੰ ਏਦਾਂ ਵੀ ਲੱਗਦਾ ਕਿ ਜਦੋਂ ਅਸੀਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਵੱਲ ਵੀ ਦੇਖੀਏ, ਤੇ ਜਦੋਂ ਅਸੀਂ ਆਏ ਸੀ ਮੇਰੇ ਖਿਆਲ ਨਾਲ ਅਸੀਂ ਆਪਣੀ ਸਾਰੀਆਂ ਡਿਗਰੀਆਂ ਮੁਕਾ ਕੇ ਹਨਾ ਫਿਰ ਅਸੀਂ ਕੋਸ਼ਿਸ਼ ਕੀਤੀ ਸੀ ਬਾਹਰ ਆਉਣ ਦੀ, ਤੇ ਕਈ ਵਾਰੀ ਇਹ ਅਹਿਸਾਸ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਬਹੁਤ ਲੇਟ ਆ ਬਾਕੀ ਬੱਚਿਆਂ ਦੇ ਨਾਲੋਂ ਹਨਾ। ਤੇ ਪਰ ਜਦੋਂ ਹੁਣ ਦੇਖਦੇ ਆ ਕਿ ਜਿਹੜੇ ਬੱਚੇ, ਜਿਵੇਂ ਤੁਸੀਂ ਗੱਲ ਕੀਤੀ ਕਿ 12ਵੀਂ ਤੋਂ ਬਾਅਦ ਆਇਲਸ ਕਰਨ ਦਾ ਰੁਝਾਨ ਆ ਜਿਹੜਾ, ਜਦੋਂ ਉਹਨਾਂ ਬੱਚਿਆਂ ਨੂੰ ਦੇਖਦੇ ਆ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਔਕੜਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਜਾਂ ਉਸ ਸਮੇਂ ਦੇ ਵਿੱਚ ਆਉਣ ਦੇ ਕਰਕੇ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਆ, ਉਦੋਂ ਫਿਰ ਇਹ ਚੀਜ਼ ਦਾ ਅਹਿਸਾਸ ਹੁੰਦਾ ਕਿ ਨਹੀਂ, ਉਦੋਂ ਜੋ ਸਾਨੂੰ ਚੀਜ਼ ਗਲਤ ਲੱਗਦੀ ਸੀ, ਸਾਨੂੰ ਲੱਗਦਾ ਸੀ ਅਸੀਂ ਬਹੁਤ ਲੇਟ ਆਏ ਜਾਂ ਦੇਰ ਆਏ, ਪਰ ਮੈਨੂੰ ਲੱਗਦਾ ਹੁਣ ਲੱਗਦਾ ਕਿ ਨਹੀਂ, ਉਹ ਬਿਲਕੁਲ ਸਹੀ ਫੈਸਲਾ ਸੀਗਾ ਕਿ ਉਸ ਸਮੇਂ ਘਰਾਂ ਚੋਂ ਬਾਹਰ ਨਿਕਲਣਾ ਸ਼ਾਇਦ ਸਾਡਾ ਫੈਸਲਾ ਸਹੀ ਸੀ ਉਸ ਸਮੇਂ ਜੀ। ਜਿਵੇਂ ਤੁਸੀਂ ਕਿਹਾ ਕਿ ਉਦੋਂ ਆ ਕੇ ਇਹ ਵਾਕਈ ਮੈਂ ਵੀ ਨਿੱਜੀ ਤੌਰ ਤੇ ਇਹ ਚੀਜ਼ ਮਹਿਸੂਸ ਕੀਤੀ ਸੀ। ਉਦੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਜਿਹੜੇ ਪਹਿਲਾਂ ਆ ਕੇ ਸੈਟਲ ਹੋ ਗਏ ਨੇ ਉਹ ਬਹੁਤ ਟਾਈਮ ਸਿਰ ਘਰੋਂ ਨਿਕਲ ਆਏ ਨੇ, ਕਿ ਅਸੀਂ ਬਹੁਤ ਲੇਟ ਆ, ਸ਼ਾਇਦ ਅਸੀਂ ਸੈਟਲ ਨਹੀਂ ਹੋ ਸਕਣਾ। ਪਰ ਜਿਵੇਂ ਜਿਵੇਂ ਸਮਾਂ ਬੀਤਿਆ, ਜਿਵੇਂ ਜਿਵੇਂ ਇਹ ਸਾਰੀਆਂ ਔਕੜਾਂ ਜ਼ਿਆਦਾ ਦਰਪੇਸ਼ ਆਉਣੀਆਂ ਸ਼ੁਰੂ ਹੋਈਆਂ, ਚੁਣੌਤੀਆਂ ਜਿਹੜੇ ਨਵੇਂ ਆਏ ਸੀ ਉਹਨਾਂ ਨੂੰ, ਫਿਰ ਮੈਨੂੰ ਲੱਗਦਾ ਹੁੰਦਾ ਸੀ ਕਿ ਨਹੀਂ ਅਸੀਂ ਫਿਰ ਵੀ ਸਮੇਂ ਸਿਰ ਆ ਗਏ ਸੀ, ਜਿਹੜੇ ਅੱਗੋਂ ਆ ਰਹੇ ਨੇ ਉਹਨਾਂ ਦੇ ਲਈ ਜ਼ਿਆਦਾ ਔਖਾ ਹੋ ਰਿਹਾ। ਮੈਨੂੰ ਲੱਗਦਾ ਇਹ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਚੱਲਣਾ। ਬਿਲਕੁਲ ਇਹ ਚੱਲਣਾ ਵੀ ਹੈ, ਪਰ ਜਿਵੇਂ ਆਪਾਂ ਫੈਸਲਾ ਲੈਂਦੇ ਜਦੋਂ ਬਾਹਰ ਨਿਕਲਣ ਦਾ, ਮੇਰੇ ਖਿਆਲ ਨਾਲ ਇਹ
ਮਾਪੇ ਜਦੋਂ ਫੈਸਲਾ ਲੈਂਦੇ ਨੇ ਉਹਦੇ ਨਾਲੋਂ ਪਹਿਲਾਂ ਇੱਕ ਬੱਚਾ ਇਸ ਕੈਪੇਬਲ ਹੋਣਾ ਚਾਹੀਦਾ ਆ, ਇਸ ਸਥਿਤੀ ਦੇ ਵਿੱਚ ਹੋਣਾ ਚਾਹੀਦਾ ਕਿ ਉਹਨੂੰ ਪਤਾ ਹੋਵੇ ਕਿ ਉਹਦੀਆਂ ਜ਼ਿੰਮੇਵਾਰੀਆਂ ਕੀ ਨੇ ਘਰ ਤੋਂ ਬਾਹਰ ਜਾਣ ਤੋਂ ਬਾਅਦ। ਮੇਰੇ ਖਿਆਲ ਹੈ ਕਿ ਮੈਂ ਨਹੀਂ ਕਹਿੰਦੀ ਪੰਜਾਬ ਦੇ ਵਿੱਚ ਜਾਂ ਅਸੀਂ ਇੱਥੇ ਇਹਨਾਂ ਮੁਲਕਾਂ 'ਚ ਰਹਿੰਦਿਆਂ ਹੋਇਆਂ, ਸ਼ਾਇਦ ਇੱਕ ਸਾਡੇ ਪੰਜਾਬੀ ਬੈਕਗ੍ਰਾਉਂਡ ਵਾਲੇ ਸਾਰੇ ਮਾਪਿਆਂ ਦੀ ਇੱਕ ਇਹ ਗੱਲ ਬਹੁਤ ਹੈ ਕਿ ਸਾਡੇ 'ਚੋਂ ਬਹੁਤ ਘੱਟ ਮਾਪੇ ਇਹ ਚੀਜ਼ ਜਾਣਦੇ ਨੇ ਕਿ ਆਪਣੇ ਬੱਚਿਆਂ ਨੂੰ ਅਸੀਂ ਡਿਸੀਜਨ ਮੇਕਿੰਗ ਸਿਖਾਉਣੀ ਹੈ। ਬਿਲਕੁਲ ਸਹੀ ਫੈਸਲਾ ਲੈਣ ਦੇ ਸਮਰੱਥ ਸਾਡੇ ਬੱਚੇ ਹੋ ਸਕਣ, ਇਸ ਚੀਜ਼ ਤੇ ਮੈਨੂੰ ਲੱਗਦਾ ਸਾਨੂੰ ਅਜੇ ਬਹੁਤ ਕੰਮ ਕਰਨਾ ਪੈਣਾ। ਜੀ ਬਿਲਕੁਲ ਕੰਮ ਕਰਨਾ ਪੈਣਾ, ਪਰ ਮੈਨੂੰ ਕਿਤੇ ਕਿਤੇ ਮਾਪਿਆਂ ਦਾ ਇਹ ਵੀ ਲੱਗਦਾ ਹੁੰਦਾ ਕਿ ਭਾਵੇਂ ਬੱਚਿਆਂ ਦਾ ਡਿਸੀਜਨ ਸਹੀ ਵੀ ਹੋਵੇ, ਪਰ ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਇਹੀ ਲੱਗਦਾ ਰਹਿੰਦਾ ਕਿ ਨਹੀਂ ਬੱਚਾ ਗਲਤ ਹੀ ਕਹਿ ਰਿਹਾ ਆ। ਅਸੀਂ ਉਹਦੇ ਕਈ ਵਾਰੀ ਸਹੀ ਫੈਸਲਿਆਂ ਨੂੰ ਵੀ ਜਾਣਬੁੱਝ ਕੇ ਅਣਗੌਲਿਆ ਕਰ ਦਿੰਦੇ ਆ, ਸਿਰਫ ਇਹ ਸਮਝ ਕੇ ਕਿ ਨਹੀਂ ਇਹਦੀ ਹਾਲੇ ਉਮਰ ਨਹੀਂ ਹਨਾ, ਕਿ ਸ਼ਾਇਦ ਇਹਨੇ ਗਲਤ ਫੈਸਲਾ ਲਿਆ ਆ। ਪਰ ਅਸੀਂ ਇਹ ਕਦੇ ਸੋਚਣ ਦੀ ਜਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਜੋ ਬੱਚਾ ਕਹਿ ਰਿਹਾ ਆ ਹੋ ਸਕਦਾ ਉਹ ਬਿਲਕੁਲ ਸਹੀ ਹੋਵੇ, ਜਾਂ ਉਹਦੇ ਲਈ ਸਹੀ ਹੋਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਮਦਦ ਕਰੇਗਾ ਉਹਦਾ ਇਹ ਫੈਸਲਾ ਹਨਾ। ਬਿਲਕੁਲ ਇਹ ਡਿਸੀਜਨ ਮੇਕਿੰਗ ਤੋਂ ਹੁਣ ਆਪਾਂ ਗੱਲ ਜੇ ਅੱਗੇ ਤੋਰੀਏ, ਸਾਡੇ ਦੇਖਣ ਸੁਣਨ ਵਾਲੇ ਵੀ ਇਸ ਚੀਜ਼ ਦੇ ਨਾਲ ਸਹਿਮਤ ਹੋਣਗੇ। ਜਦੋਂ ਤੁਸੀਂ ਕਿਸੇ ਰਿਸ਼ਤੇਦਾਰ ਦੇ ਕੋਲੋਂ ਸੁਣਦੇ ਹੋ ਜਾਂ ਕੋਈ ਤੁਹਾਡੇ ਨਾਲ ਗੱਲ ਕਰਦਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਅਗਲੇ ਬੱਚੇ ਨੇ ਉਹ ਪੜ੍ਹ ਲਿਖ ਕੇ ਬਾਹਰ ਆਉਣਾ ਚਾਹੁੰਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਓਪਰਚੁਨਿਟੀਜ਼ ਘੱਟ ਨੇ, ਡੈਫੀਨੇਟਲੀ ਜਿਵੇਂ ਜਨਰੇਸ਼ਨਸ ਉੱਥੋਂ ਜਾ ਰਹੀਆਂ ਨੇ, ਤੇ ਮੇਰੇ ਖਿਆਲ ਇਦਾਂ ਦੇ ਸਮੇਂ ਦੇ ਵਿੱਚ ਤੁਹਾਡੇ ਲਈ ਵੀ ਬੜਾ ਔਖਾ ਹੋ ਜਾਂਦਾ, ਖਾਸ ਕਰਕੇ ਉਦੋਂ ਜੇਕਰ ਤੇ ਉਹ ਮੁੰਡਾ ਹੈ ਬਾਹਰ ਜਿਹਨੇ ਆਉਣਾ ਤੇ ਤੁਸੀਂ ਵੀ ਹੱਸ ਕੇ ਕਹਿ ਦਿੰਦੇ ਹੋ ਕਿ ਹਾਂਜੀ ਬਿਲਕੁਲ ਠੀਕ ਹੈ, ਸਹੀ ਫੈਸਲਾ ਹੈ, ਤੁਸੀਂ ਇਹਨਾਂ ਨੂੰ ਆਇਲਸ ਕਰਾਓ ਤੇ ਇਹਨਾਂ ਨੂੰ ਭੇਜ ਦਿਓ। ਜੇਕਰ ਮੁੰਡੇ ਦੀ ਬਜਾਏ ਕੁੜੀ ਦੀ ਗੱਲ ਹੋ ਰਹੀ ਆ ਤੇ ਸ਼ਾਇਦ ਅਸੀਂ ਸ਼ਸ਼ੋ ਪੰਚ ਪੈ ਜਾਂਦੇ ਆ ਤੇ ਉਹ ਬੱਚੇ ਦੇ ਮਾਪੇ ਵੀ ਮੈਨੂੰ ਲੱਗਦਾ ਇਸ ਦੁਚਿੱਤੀ ਦਾ ਉਸ ਵੇਲੇ ਸ਼ਿਕਾਰ ਹੁੰਦੇ ਨੇ, 50 ਵਾਰ ਸੋਚਦੇ ਹੋਣਗੇ ਫੈਸਲਾ ਕਰਨ ਤੋਂ ਪਹਿਲਾਂ, ਖਾਸ ਕਰਕੇ ਜਿਵੇਂ ਦੀਆਂ ਖਬਰਾਂ ਆਉਂਦੀਆਂ ਨੇ, ਕਿਉਂਕਿ ਸਾਡੀ ਪੰਜਾਬੀਆਂ ਦੀ ਆਦਤ ਹੈ ਅਸੀਂ ਪੋਜ਼ਿਟਿਵ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਚਿਤਾਰੀਏ ਜਾਂ ਨਾ, ਜਿਹੜੀ ਵੀ ਨੈਗੇਟਿਵਿਟੀ ਵਾਲੀ ਖਬਰ ਹੈ ਉਹਨੂੰ ਅਸੀਂ ਪਹਿਲਾਂ ਭੱਜ ਕੇ ਪੜ੍ਹਦੇ ਵੀ ਹਾਂ ਤੇ ਅੱਗੇ ਪਹੁੰਚਾਉਂਦੇ ਵੀ ਹਾਂ। ਕਹਿੰਦੇ ਨੇ ਕਿ ਸੱਚ ਦੀ ਰਫ਼ਤਾਰ ਜਿਹੜੀ ਆ ਬਿਲਕੁਲ ਹੌਲੀ ਕੱਚੂ ਕੰਮੇ ਵਰਗੀ ਹੁੰਦੀ ਹੈ ਤੇ ਜਿਹੜਾ ਝੂਠ ਹੈ ਉਹਦੀ ਰਫ਼ਤਾਰ ਵੀ ਖਰਗੋਸ਼ ਵਾਂਗੂ ਤੇਜ਼ ਹੁੰਦੀ ਹੈ ਤੇ ਬਹੁਤ ਜਲਦੀ ਉਹ ਅੱਗੇ ਪਹੁੰਚਦਾ ਹੈ। ਸਗੋਂ ਜਿਹੜੀਆਂ ਕੁੜੀਆਂ ਨੇ ਕੱਲੀਆਂ ਨੇ ਇੱਥੇ ਆ ਕੇ ਪੜ੍ਹਾਈ ਵੀ ਕੀਤੀ ਆ, ਉਹਨਾਂ ਦਾ ਜਿਹੜਾ ਸਟਰਗਲ ਆ ਉਹ ਵੀ ਉਹਨਾਂ ਨੇ ਦੇਖਿਆ ਆ, ਔਰ ਉਸ ਸਟਰਗਲ ਚੋਂ ਬਾਹਰ ਨਿਕਲ ਕੇ ਵੀ ਆਈਆਂ ਨੇ ਮਿਹਨਤ ਕਰਕੇ, ਉਹ ਕਹਾਣੀਆਂ ਨੂੰ ਸ਼ਾਇਦ ਮੀਡੀਆ ਕਵਰ ਹੀ ਨਹੀਂ ਕਰਨਾ ਚਾਹੁੰਦਾ ਹੈਗਾ, ਉਹ ਦੱਸਦੇ ਹੀ ਨਹੀਂ ਹੈਗੇ। ਜੇ ਅਸੀਂ 20% ਜੇ ਕੁਝ ਗਲਤ ਚੀਜ਼ਾਂ ਹੈ ਵੀ ਆ ਜਾਂ 30% ਵੀ ਲਗਾ ਲਓ ਹਨਾ, ਪਰ ਜਿਹੜੀਆਂ ਚੰਗੀਆਂ ਹੋਈਆਂ ਸੀ ਉਹ ਕਦੇ ਵੀ ਨਹੀਂ ਮੀਡੀਆ 'ਚ ਲੈ ਕੇ ਆਉਂਦੇ। ਜਿਹੜੀਆਂ ਗਲਤ ਚੀਜ਼ਾਂ ਹੋ ਰਹੀਆਂ ਨੇ, ਸਪੈਸ਼ਲੀ ਜਦੋਂ ਕੁੜੀਆਂ ਦਾ ਮਸਲਾ ਆ ਜਾਂਦਾ ਨਾ, ਮੈਨੂੰ ਏਦਾਂ ਲੱਗਦਾ ਹੈ ਕਿ ਮੀਡੀਆ ਉਸ ਚੀਜ਼ ਨੂੰ ਜ਼ਿਆਦਾ ਉਛਾਲਦੀ ਆ। ਇਹ ਵੀ ਇੱਕ ਬੜੀ ਵੱਡੀ ਤਰਾਸਦੀ ਹੈ ਮੈਨੂੰ ਲੱਗਦਾ, ਖਾਸ ਕਰਕੇ ਜਿਵੇਂ ਹੁਣ ਸਾਡਾ ਜਿਹੜੀ ਵਿਸ਼ਾ ਮੈਨੂੰ ਲੱਗਦਾ ਜਿੱਧਰ ਨੂੰ ਤੁਰਿਆ ਜਾ ਰਿਹਾ ਉਹ ਅਸੀਂ ਇਸ ਪਾਸੇ ਵੱਲ ਲੈ ਕੇ ਜਾ ਰਹੇ ਹਾਂ ਕਿ ਜਦੋਂ ਕੱਲਿਆਂ ਬੱਚੇ ਨੂੰ ਬਾਹਰ ਭੇਜਣ ਦੀ ਗੱਲ ਆਉਂਦੀ ਹੈ, ਘਰੋਂ ਦੂਰ ਕਿਤੇ ਬੱਚੇ ਨੂੰ ਪਰਦੇਸੀ ਭੇਜਣ ਦੀ ਗੱਲ ਤੁਰਦੀ ਹੈ, ਤੇ ਮੁੰਡਿਆਂ ਨੂੰ ਭੇਜਣ ਦੇ ਲਈ ਜਿੱਥੇ ਅਸੀਂ ਰਾਜ਼ੀ ਹੁੰਨੇ ਆ, ਕੁੜੀਆਂ ਨੂੰ ਕੱਲਿਆਂ ਨੂੰ ਭੇਜਣ ਦੇ ਲਈ ਅਸੀਂ ਰਾਜ਼ੀ ਨਹੀਂ ਹੁੰਦੇ। ਉਸ ਚੀਜ਼ ਨੂੰ ਅਸੀਂ ਸੁਲਝਾਉਂਦੇ ਬਹੁਤਾਤ ਦੇ ਵਿੱਚ ਇਹਨਾਂ ਫੈਸਲਿਆਂ ਤੇ ਪਹੁੰਚਦੇ ਹਾਂ ਕਿ ਅੱਛਾ ਕੁੜੀ ਨੂੰ ਕੱਲਿਆਂ ਭੇਜਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਕੱਲੀ ਕੁੜੀ ਨੂੰ ਚੁਣੌਤੀਆਂ ਜ਼ਿਆਦਾ ਆਉਂਦੀਆਂ ਨੇ ਤੇ ਕੱਲੀ ਕੁੜੀ ਨੂੰ ਭੇਜਣਾ ਜਿਹੜੀ ਕੁੜੀ ਦੇ ਲਈ ਮਤਲਬ ਉਹਦੀ ਸੁਰੱਖਿਆ ਦਾ ਬਹੁਤ ਵੱਡਾ ਸਵਾਲ ਹੋ ਜਾਂਦਾ। ਤੇ ਜ਼ਿਆਦਾਤਰ ਜਿਹੜੇ ਮਾਪੇ ਨੇ ਅਸੀਂ ਫੈਸਲਾ ਇਹ ਬਣਾ ਲੈਂਦੇ ਹਾਂ ਕਿ ਅੱਛਾ ਕੁੜੀ ਦਾ ਵਿਆਹ ਕਰ ਦਿਓ, +2 ਤੋਂ ਬਾਅਦ ਕਿੰਨੀ ਕੁ ਉਮਰ ਹੁੰਦੀ ਹੈ, ਮੈਨੂੰ ਲੱਗਦਾ 17 18 19 ਹਾਂ ਬਿਲਕੁਲ। ਸੋ ਇਸ ਉਮਰ ਦੇ ਵਿੱਚ ਜਦੋਂ ਅਸੀਂ ਵਿਆਹ ਕਰ ਦਿੱਤਾ ਬੱਚੇ ਦਾ ਦਿਮਾਗ ਤਾਂ ਰੈਡੀ ਨਹੀਂ ਸੀ ਇੰਨੇ ਮੈਚੁਰ ਫੈਸਲੇ ਲੈਣ ਦੇ ਲਈ। ਉਹ ਕਈ ਕੇਸਿਸ ਦੇ ਵਿੱਚ ਤੇ ਉਹ ਮੁੰਡੇ ਕੁੜੀ ਦੀ ਆਪਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਵੀ ਨਹੀਂ ਬਣੀ। ਬਹੁਤ ਸਾਰੇ ਇਦਾਂ ਦੇ ਕਪਲ ਵੀ ਹੋਣਗੇ ਜਿਨ੍ਹਾਂ ਦੀ ਆਪਸ ਦੇ ਵਿੱਚ ਉਮਰ ਦਾ, ਜੇਕਰ ਕੁੜੀ ਨੇ +2 ਕੀਤੀ ਹੈ ਤੇ ਹੋ ਸਕਦਾ ਮੁੰਡੇ ਨੇ ਆਲਰੇਡੀ BA ਕੀਤੀ ਹੋਵੇ ਤੇ ਕੋਈ ਮੈਚ ਲੱਭਦੇ ਸੀ ਬਾਹਰ ਭੇਜਣ ਦੇ ਲਈ ਆਪਣੇ ਬੱਚੇ ਨੂੰ, ਜਾਂ ਹੋ ਸਕਦਾ ਕਿ ਉਹ ਮੁੰਡੇ ਨੇ ਸ਼ਾਇਦ 10 ਵੀ ਕੀਤੀਆਂ ਹੋਣ। ਜੀ ਇਹ ਤਾਂ ਬਹੁਤ ਵਾਰ ਦੇਖਣ ਨੂੰ ਮਿਲੇ ਤੇ ਬੜੀਆਂ ਆਮ ਜੀਆਂ ਗੱਲਾਂ ਨੇ, ਇਹ ਕੋਈ ਇਸ ਤਰ੍ਹਾਂ ਦੇ ਕੇਸ ਲੱਭਣ ਦੀ ਲੋੜ ਨਹੀਂ, ਇਹ ਤੇ ਸਾਡੇ ਆਲੇ ਦੁਆਲੇ ਹੀ ਨੇ ਕਿ ਜਿੱਥੇ ਕੁੜੀਆਂ ਦੀ ਆਲਸ ਕਰਕੇ ਕਿ ਉਹਨੇ ਆਲਸ ਕੀਤੀ ਹੋਈ ਆ, ਪੜ੍ਹੀ ਲਿਖੀ ਕੁੜੀ ਆ ਤੇ ਉਹਦਾ ਵਿਆਹ ਸਿਰਫ ਇਸ ਕਰਕੇ ਕਿ ਇੱਕ ਤਾਂ ਕੁੜੀ ਨੂੰ ਇਕੱਲੇ ਨਹੀਂ ਭੇਜਣਾ ਬਾਹਰ, ਤੇ ਇੱਕ ਥੋੜਾ ਫਾਈਨੈਂਸ਼ੀਅਲੀ ਜੇ ਕਈ ਵਾਰੀ ਦੇਖ ਲੈਂਦੇ ਨੇ ਮਾਪੇ ਕਿ ਮੁੰਡੇ ਵਾਲੇ ਖਰਚਾ ਕਰ ਦੇਣ ਹਨਾ, ਤੇ ਉਹ ਚੀਜ਼ਾਂ ਦੋ ਭਾਵੇਂ ਵੱਖਰੀਆਂ ਨੇ ਪਰ ਉਹਨਾਂ ਦੋ ਚੀਜ਼ਾਂ ਕਰਕੇ ਜਦੋਂ ਜੋੜ ਬਣਾ ਕੇ ਬਾਹਰ ਭੇਜਿਆ ਜਾਂਦਾ ਆ ਤੇ ਇੱਥੇ ਆ ਕੇ ਉਹ ਵਿਆਹ ਜਿਹੜੇ ਨੇ ਉਹ ਮਹੀਨਾ 2 ਮਹੀਨਾ 3 ਮਹੀਨਾ ਤੇ ਇਸੀ ਸ਼ਸ਼ੋ ਪੰਜ ਚ ਉਹ ਗੁਜ਼ਾਰ ਲੈਂਦੇ ਨੇ ਕਿ ਕੁੜੀ ਨੂੰ ਲੱਗਦਾ ਰਹਿੰਦਾ
ਕਿ ਮੁੰਡੇ ਨੇ ਮੇਰੇ ਤੇ ਪੈਸੇ ਲਾਏ ਨੇ ਹਨਾ, ਤੇ ਮੁੰਡੇ ਨੂੰ ਲੱਗਦਾ ਰਹਿੰਦਾ ਕਿ ਮੈਂ ਕੁੜੀ ਕਰਕੇ ਬਾਹਰ ਆਇਆ ਆ ਹਨਾ, ਤੇ ਉਹ 2-3 ਮਹੀਨੇ 4 ਮਹੀਨੇ 6 ਮਹੀਨੇ ਤਾਂ ਕੱਢ ਲੈਂਦੇ ਨੇ। ਪਰ ਉਹ ਫਿਰ ਹੌਲੀ ਹੌਲੀ ਉਹੀ ਚੀਜ਼ਾਂ ਜਿਹੜੀਆਂ ਪਹਿਲਾਂ ਪੋਜ਼ਿਟਿਵ ਲੱਗਦੀਆਂ ਸੀ ਕਿ ਮੈਂ ਇਹਦੇ ਕਰਕੇ ਆਇਆ ਜਾਂ ਕੁੜੀ ਨੂੰ ਲੱਗਦਾ ਸੀ ਮੈਂ ਇਹਦੇ ਕਰਕੇ ਆਈ ਆ, ਉਹ ਫਿਰ ਉਹ ਨੈਗੇਟਿਵ ਵੱਲ ਤੁਰ ਪੈਂਦੇ ਨੇ, ਕਿਉਂਕਿ ਫਿਰ ਮੈਂ ਆ ਜਾਂਦੀ ਆ ਕਿ ਮੈਂ ਇਹਨੂੰ ਲੈ ਕੇ ਆਇਆ ਆ, ਜਾਂ ਮੁੰਡਾ ਸੋਚਦਾ ਕਿ ਮੈਂ ਇਹਨੂੰ ਲੈ ਕੇ, ਇਹ ਕੁੜੀ ਮੇਰੇ ਕਰਕੇ ਆਈ ਆ ਹਨਾ। ਉਹੀ ਗੱਲ ਕਿ ਉਹ ਰਿਸ਼ਤਾ ਜਿਹੜਾ ਫਿਰ ਉਹ ਸੂਲ ਬਣ ਕੇ ਚੁਭਣ ਲੱਗ ਪੈਂਦਾ। ਹਾਂਜੀ, ਬਹੁਤ ਸਾਰੇ ਆਪਾਂ ਨਿੱਜੀ ਤੌਰ ਤੇ ਆਪਣੇ ਵੇਖਣ ਦੇ ਵਿੱਚ ਵੀ ਆਏ ਨੇ, ਖਬਰਾਂ ਵੀ ਬਹੁਤ ਆਈਆਂ ਨੇ। ਇੱਕ ਤਾਂ ਮੇਰੇ ਖਿਆਲ ਹੈ ਕਿ ਇਹ ਪੱਖ ਹੋ ਜਾਂਦਾ ਕਿ ਜਿੱਥੇ ਕੁੜੀ ਮੁੰਡਾ ਇਕੱਠੇ ਨਹੀਂ ਆ ਸਕਦੇ ਹੁੰਦੇ, ਇਹ ਵੀ ਹੋ ਸਕਦਾ ਕੁਝ ਕੇਸਿਸ ਦੇ ਵਿੱਚ ਜਿੱਥੇ ਮੁੰਡਾ ਵੀਜ਼ਾ ਲੈ ਕੇ ਜਾਂਦਾ ਹੈ ਤੇ ਕੁੜੀ ਉਹਦੇ ਨਾਲ ਆਉਂਦੀ ਹੈ। ਪਰ ਬਹੁਤਾਤ ਜੋ ਦੇਖਣ ਸੁਣਨ ਦੇ ਵਿੱਚ ਅਸਪਿਤ ਆਇਆ, ਸ਼ਾਇਦ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਹੋਣ। ਬਹੁਤਾਤ ਇਹ ਰਹੀ ਕਿ ਇਹਨਾਂ ਜੋੜਿਆਂ ਦੇ ਵਿੱਚ ਕੁੜੀਆਂ ਨੇ ਆਸ ਕੀਤੀ ਤੇ ਮੁੰਡਿਆਂ ਨੇ ਪੈਸੇ ਲਾਏ ਤੇ ਕੁੜੀਆਂ ਬਾਹਰ ਆਈਆਂ। ਜਦੋਂ ਸਾਡੇ ਕੰਨੀ ਕੋਈ ਖਬਰ ਪੈਂਦੀ ਹੈ ਕਿ ਫਲਾਣੇ ਨੇ ਕੁੜੀ ਤੇ ਪੈਸੇ ਲਾ ਕੇ ਉਹਨੂੰ ਬਾਹਰ ਭੇਜਿਆ ਸੀ ਤੇ ਕੁੜੀ ਨੇ ਮੁੰਡੇ ਨੂੰ ਬਾਹਰ ਨਹੀਂ ਬੁਲਾਇਆ, ਜਾਂ ਕੁੜੀ ਉੱਥੇ ਪਹੁੰਚ ਗਈ ਸੀ, ਮੁੰਡੇ ਨੂੰ ਉਹਨੇ ਬੁਲਾ ਲਿਆ ਪਰ ਉਹ ਮੁੰਡੇ ਨੂੰ ਲੈਣ 에ਅਰਪੋਰਟ ਤੇ ਨਹੀਂ ਪਹੁੰਚੀ, ਜਾਂ ਇੱਥੇ ਆਉਂਦਿਆਂ ਸਾਰੋਂ ਨੇ ਮੁੰਡੇ ਨੂੰ ਕਹਿ ਦਿੱਤਾ ਕਿ ਤੇਰਾ ਰਸਤਾ ਵੱਖ ਤੇ ਮੇਰਾ ਰਸਤਾ ਵੱਖ, ਮੇਰਾ ਇੱਥੋਂ ਤੈਨੂੰ ਕੱਢਣਾ ਇੰਨਾ ਹੀ ਕੰਮ ਸੀ ਮੇਰਾ, ਮਤਲਬ ਇੰਨਾ ਕੀ ਪੈਸਾ ਤੂੰ ਦਿੱਤਾ ਸੀਗਾ। ਜੀ ਜੀ, ਸੋ ਇਹ ਮੈਨੂੰ ਲੱਗਦਾ ਕਿ ਕਾਗਜ਼ਾਂ ਦੇ ਫੁੱਲਾਂ ਚੋਂ ਮਹਿਕਾਂ ਤੇ ਨਹੀਂ ਆਉਂਦੀਆਂ। ਬਿਲਕੁਲ ਜੀ, ਕਿ ਜਿਹੜੇ ਸਿਰਫ ਕਾਗਜ਼ੀ ਵਿਆਹ ਬਾਹਰ ਲਿਆਉਣ ਦੇ ਲਈ ਹੋ ਗਏ, ਅਸੀਂ ਬੱਚਿਆਂ ਦੇ ਸਿਰ ਤੇ ਬੋਝ ਵੀ ਪਾ ਦਿੱਤਾ, ਉਹ ਬੱਚੇ ਨੂੰ ਬੱਜ ਵੀ ਲੱਗ ਗਈ ਸਾਡੇ ਨੂੰ ਕਿ ਹਾਂ ਉਹਦਾ ਵਿਆਹ ਹੋ ਗਿਆ। ਹਾਂਜੀ, ਭਾਵੇਂ ਕਿ ਅਸੀਂ ਇਹਨੂੰ ਇੱਕ ਤਜਰਬਾ ਸਮਝ ਲੈਂਦੇ ਆ ਆਉਂਦੇ ਸਮੇਂ ਦੇ ਵਿੱਚ, ਪਰ ਫਿਰ ਵੀ ਉਹ ਬੱਚੇ ਦੇ ਜਜ਼ਬਾਤਾਂ ਦੇ ਨਾਲ ਅਸੀਂ ਖੇਡ ਰਹੇ ਹੁੰਨੇ ਆ। ਬਿਲਕੁਲ, ਨਾਲੇ ਜਦੋਂ ਰਿਸ਼ਤਿਆਂ ਨੇ ਇੱਕ ਸੌਦੇਬਾਜ਼ੀ ਦਾ ਰੂਪ ਲੈ ਲਿਆ ਤੇ ਸੌਦੇਬਾਜ਼ੀਆਂ ਦੇ ਵਿੱਚ ਤੇ ਘਾਟਾ ਵਾਧਾ ਚੱਲਦਾ ਹੀ ਰਹਿੰਦਾ ਆ ਹਨਾ, ਤੇ ਫਿਰ ਜਦੋਂ ਸੌਦਾ ਹੀ ਹੋ ਗਿਆ ਤੇ ਫਿਰ ਜਦੋਂ ਇੱਕ ਕੁੜੀ ਇੱਥੇ ਆ ਜਾਂਦੀ ਆ, ਮੇਰੇ ਖਿਆਲ ਨਾਲ ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਜਦੋਂ 12ਵੀਂ ਕੀਤੀ ਆ ਕੁੜੀ ਨੇ, ਆਇਲਸ ਕਰਕੇ ਆਈ, ਉਹਦੀ ਉਮਰ ਬਹੁਤ ਛੋਟੀ ਆ, ਉਹਦਾ ਮਨ ਹਾਲੇ ਇੰਨਾ ਮੈਚੁਰ ਨਹੀਂ ਹੈਗਾ ਕਿ ਉਹ ਰਿਸ਼ਤਿਆਂ ਨੂੰ ਸਮਝ ਸਕੇ ਕਿ ਰਿਸ਼ਤਿਆਂ ਨੂੰ ਕਿੰਨੀ ਰਿਸਪੈਕਟ ਦੇਣੀ ਆ, ਕੀ ਜ਼ਿੰਮੇਵਾਰੀ ਆ, ਕੀ ਰਿਸਪੌਂਸਿਬਿਲਿਟੀ ਆ। ਜਦੋਂ ਬੱਚਾ ਬਾਹਰ ਆ ਜਾਂਦਾ, ਮੈਂ ਸਿਰਫ ਕੁੜੀ ਦੀ ਗੱਲ ਨਹੀਂ ਕਰਦੀ, ਮੈਂ ਮੁੰਡਿਆਂ ਦੀ ਵੀ ਗੱਲ ਕਰਦੀ ਆ ਕਿ ਜੇ ਮੁੰਡੇ ਇੱਥੇ ਆ ਜਾਂਦੇ ਨੇ ਜਾਂ ਕੁੜੀ ਪਿੱਛੇ ਆ ਇੰਡੀਆ ਹਨਾ, ਤੇ ਇੱਥੇ ਆ ਕੇ ਉਸ ਉਮਰ ਦੇ ਵਿੱਚ ਇਹ ਚੀਜ਼ ਹੋ ਜਾਂਦੀ ਆ ਕਿ ਉਦੋਂ ਬੰਦਾ ਐਕਸਪਲੋਰ ਕਰਦਾ ਆ। ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਘਰਾਂ ਦੇ ਵਿੱਚ 12ਵੀਂ ਕੀਤੀ ਹੈ, ਸਕੂਲ ਤੋਂ ਘਰ, ਘਰ ਤੋਂ ਸਕੂਲ ਹਨਾ, ਜਦੋਂ ਬੱਚਾ ਬਾਹਰ ਆਉਂਦਾ ਆ ਇੱਥੇ, ਜਦੋਂ ਪਤਾ ਹੈ ਕਿ ਇੱਥੇ ਰੋਕਣ ਟੋਕਣ ਵਾਲਾ ਵੀ ਕੋਈ ਨਹੀਂ ਹੈਗਾ, ਆਪਣੀ ਮਰਜ਼ੀ ਨਾਲ ਘਰੋਂ ਜਾਣਾ, ਆਪਣੀ ਮਰਜ਼ੀ ਨਾਲ ਘਰੇ ਆਉਣਾ, ਫਿਰ ਕੰਮਾਂ ਤੇ ਜਾਣਾ, ਸਾਡੀ ਸੁਸਾਇਟੀ ਬਹੁਤ ਵੱਧ ਜਾਂਦੀ ਆ, ਸਾਡੇ ਆਲੇ ਦੁਆਲੇ ਸਾਡੀ ਜਿਹੜੇ ਦੋਸਤ ਮਿੱਤਰ ਨੇ ਉਹ ਵੱਧ ਜਾਂਦੇ ਨੇ। ਫਿਰ ਐਸਾ ਵੀ ਕਈ ਵਾਰੀ ਸਮਾਂ ਆ ਜਾਂਦਾ ਹੈ ਕਿ ਜਦੋਂ ਅਸੀਂ ਦੂਸਰੇ ਲੋਕਾਂ ਨੂੰ ਮਿਲਦੇ ਆ ਨਾ, ਅਸੀਂ ਕੰਪੇਅਰ ਕਰਨ ਲੱਗ ਜਾਂਦੇ ਆ ਕਿ ਜੋ ਸਾਡੇ ਪਿੱਛੇ ਬੈਠਾ ਉਡੀਕ ਰਿਹਾ ਜਾਂ ਉਡੀਕ ਰਹੀ ਆ, ਇਹਦੇ ਵਿੱਚ ਸ਼ਾਇਦ ਜ਼ਿਆਦਾ ਖੂਬੀ ਆ, ਇਹ ਜ਼ਿਆਦਾ ਅੰਡਰਸਟੈਂਡ ਕਰਦਾ ਆ ਮੈਨੂੰ। ਜਾਂ ਕਈ ਵਾਰੀ ਜਦੋਂ ਆਪਾਂ ਕਹਿੰਦੇ ਆ ਕਿ ਪੜ੍ਹਾਈ ਦਾ ਫਰਕ ਪੈ ਜਾਂਦਾ ਆ, ਕਿਉਂਕਿ ਜਦੋਂ ਕੁੜੀ ਆ ਗਈ ਇੱਥੇ ਪੜ੍ਹਨ ਦੇ ਲਈ ਹਨਾ, ਕਈ ਵਾਰੀ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਤੇ ਜਿਹੜੇ ਮੁੰਡੇ ਨਾਲ ਵਿਆਹੀ ਹੁੰਦੀ ਆ ਉਹਨੇ 10ਵੀਂ ਕੀਤੀ ਹੁੰਦੀ ਆ। ਸੋ ਡੈਫੀਨਿਟਲੀ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਪੜ੍ਹਾਈ ਨਾਲ ਹੀ ਬੰਦੇ ਨੂੰ ਅਕਲ ਆਉਂਦੀ ਆ, ਪਰ ਕਈ ਵਾਰੀ ਉਹ ਜਿਹੜਾ ਫਰਕ ਹੈ ਨਾ, ਉਹ ਗੈਪ ਆ ਜਿਹੜਾ, ਉਹ ਪੈ ਜਾਂਦਾ ਆ। ਤੇ ਜਦੋਂ ਇੱਥੇ ਆ ਕੇ ਬੱਚਾ ਫਿਰ ਦੂਸਰੇ ਲੋਕਾਂ ਨੂੰ ਮਿਲਦਾ ਆ, ਉਹਨੂੰ ਆਪਣੇ ਆਪ ਦੇ ਵਿੱਚ ਉਹਨੂੰ ਹੀਣ ਭਾਵਨਾ ਜੀ ਮਹਿਸੂਸ ਹੋਣ ਲੱਗ ਜਾਂਦੀ ਆ ਹੈਨਾ ਜੀ। ਇਹੀ ਗੱਲ ਉੱਥੇ ਦੁਬਾਰਾ ਵਾਪਸ ਆ ਜਾਂਦੀ ਹੈ ਕਿ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਦੋਵਾਂ ਜੀਆਂ ਦੀ ਅੰਡਰਸਟੈਂਡਿੰਗ ਨਹੀਂ ਬਣ ਪਾਈ, ਉਹਨਾਂ ਦਾ ਰਿਸ਼ਤਾ ਜਿਹੜਾ ਉਹ ਇੰਨਾ ਮਜ਼ਬੂਤ ਨਹੀਂ ਅਜੇ ਹੋ ਸਕਿਆ ਕਿ ਉਹ ਜਦੋਂ ਇੱਕ ਦੂਜੇ ਤੋਂ ਦੂਰ ਜਾਣਗੇ ਤਾਂ ਉਹਨਾਂ ਨੂੰ ਇੱਕ ਦੂਜੇ ਦੀ ਖਿੱਚ ਨਹੀਂ ਰਹੇਗੀ। ਹਾਂਜੀ। ਦੂਸਰੀ ਤੁਸੀਂ ਜਿਵੇਂ ਗੱਲ ਕੀਤੀ ਕਿ ਜਿਹੜੇ ਛੋਟੀ ਉਮਰ ਦੇ ਵਿੱਚ ਵਿਆਹ ਹੁੰਦੇ ਨੇ, ਭਾਵੇਂ ਉਹ ਕੁੜੀ ਤੇ ਭਾਵੇਂ ਮੁੰਡਾ, ਦੋਨੋਂ ਪਾਸੇ ਮੈਨੂੰ ਲੱਗਦਾ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਦੂਸਰੇ ਪਰਿਵਾਰ ਦੇ ਰਿਸ਼ਤਿਆਂ ਨੂੰ ਵੀ ਓਨੀ ਇੱਜ਼ਤ ਤੇ ਓਨਾ ਮਾਣ ਦੇ ਸਕਣ। ਮੇਰੇ ਬਹੁਤ ਕਰੀਬੀ ਮੈਂ ਕੁਝ ਇੱਕ ਜਿਹੜੀਆਂ ਉਦਾਹਰਨਾਂ ਦੇਖੀਆਂ, ਬਹੁਤ ਕਰੀਬ ਤੋਂ ਦੇਖੀਆਂ, ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਸੀ ਕਿ ਉਹ ਕੁੜੀ ਮੁੰਡਾ ਦੋਨੋਂ ਹੀ ਅਜੇ ਨਾ ਸਮਝ ਸੀ ਤੇ ਉਹਨਾਂ ਦੇ ਵਿੱਚ ਨਿੱਕੀਆਂ ਨਿੱਕੀਆਂ, ਜਿਵੇਂ ਆਪਾਂ ਕਹਿ ਲੈਂਦੇ ਨਾ ਕਿ ਬਚਕਾਨੀਆਂ ਗੱਲਾਂ ਤੋਂ ਵੀ ਉਹਨਾਂ ਦੇ ਜਿਹੜੇ ਸ਼ਿਕਵੇ ਸ਼ਿਕਾਇਤਾਂ ਬਾਅਦ ਦੇ ਵਿੱਚ ਜਦੋਂ ਸੁਣਨ ਨੂੰ ਮਿਲਦੇ ਸੀ। ਫਿਰ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਇਹ ਹੁੰਦਾ ਕਿ ਜਦੋਂ ਕੋਈ ਪਰਿਵਾਰਕ ਮੈਂਬਰ ਜਾਂ ਤੁਹਾਡੇ ਜਿਹੜੇ ਸਿਆਣੇ ਨੇ ਘਰਾਂ ਦੇ ਵਿੱਚ, ਉਹ ਵਿੱਚ ਪੈ ਕੇ ਤੁਹਾਡੇ ਸੁਲਝਾ ਦਿੰਦੇ ਨੇ ਮਸਲੇ, ਤੇ ਤੁਸੀਂ ਬਾਅਦ ਦੇ ਵਿੱਚ ਸ਼ਾਇਦ ਉਹ ਵੱਡੀ ਉਮਰੇ ਜਦੋਂ ਤੁਹਾਨੂੰ ਸਮਝ ਆਉਂਦੀ ਫਿਰ ਤੁਸੀਂ ਹੱਸਦੇ ਵੀ ਹੋ। ਬਿਲਕੁਲ। ਕੁਝ ਇੱਕ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ ਮੁੰਡਾ ਕੁੜੀ ਸਿਆਣੇ ਹੀ ਨੇ ਪਰ ਉਹਨਾਂ ਦੀ ਸਾਂਝ ਨਹੀਂ ਪੈ ਸਕੀ, ਉਹ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੀ ਨਹੀਂ ਹੈਗੀ। ਬਿਲਕੁਲ। ਸੋ ਇੱਕ ਦੂਜੇ ਨੂੰ ਉਹਨਾਂ ਨੇ ਦਿਲੋਂ ਐਕਸੈਪਟ ਨਹੀਂ ਸੀ ਕੀਤਾ, ਪਰ ਹਾਂ ਇੱਕ ਸੌਦੇਬਾਜ਼ੀ ਦੇ ਤਹਿਤ ਉਹਨਾਂ ਦਾ ਰਿਸ਼ਤਾ ਬਣਾ ਦਿੱਤਾ ਗਿਆ।
ਇਹ ਵੀ ਇੱਕ ਵੱਖਰਾ ਪਾਸਾ, ਇੱਕ ਵੱਖਰਾ ਵਿਸ਼ਾ ਹੋ ਬਿਲਕੁਲ ਜਾਂਦਾ। ਹਾਂਜੀ। ਸੋ ਖਾਸ ਕਰਕੇ ਜਿਵੇਂ ਅੱਜ ਅਸੀਂ ਗੱਲ ਦੀ ਸ਼ੁਰੂਆਤ ਕੀਤੀ ਸੀਗੀ, ਮੇਨਲੀ ਅੱਜ ਅਸੀਂ ਵੈਸੇ ਗੱਲ ਕਰਨਾ ਚਾਹੁੰਦੇ ਸੀ ਕਿ ਜਦੋਂ ਮੁੰਡਿਆਂ ਨੂੰ ਬਾਹਰ ਭੇਜਣ ਦੇ ਲਈ ਮਾਪੇ 1 ਮਿੰਟ ਦੇ ਵਿੱਚ ਫੈਸਲਾ ਲੈ ਲੈਂਦੇ ਨੇ, ਹਾਲਾਂਕਿ ਬਹੁਤ ਕੁਝ ਸੋਚਦੇ ਨੇ, ਵਿਚਾਰਦੇ ਨੇ, ਪਰ ਜੇ ਕੁੜੀਆਂ ਇਕੱਲੀਆਂ ਆਉਣਾ ਚਾਹਣ ਤੇ ਉਹਨਾਂ ਨੂੰ ਭੇਜਣ ਦੇ ਲਈ ਅਸੀਂ ਇੰਨਾ ਜ਼ਿਆਦਾ ਸੋਚਾਂ ਦੇ ਵਿੱਚ ਪੈਂਦੇ ਆ ਜੀ। ਇਹ ਨਾ ਸਾਡੇ ਮੇਰੇ ਖਿਆਲ ਨਾਲ ਜਿਹੜਾ ਪਰਸੈਪਸ਼ਨ ਜਿਹਾ ਬਣ ਗਿਆ ਨਾ ਆਪਣੇ ਪੰਜਾਬੀਆਂ ਦੇ ਵਿੱਚ ਕਿ ਕੁੜੀਆਂ ਨੂੰ ਇਕੱਲਿਆਂ ਨੂੰ ਬਾਹਰ ਨਹੀਂ ਭੇਜਣਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਨੇ, ਦਿੱਕਤਾਂ ਆਉਂਦੀਆਂ ਨੇ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਸਟਰਗਲ ਹੈ, ਕੰਮ ਲੱਭਣਾ ਪੈਂਦਾ, ਪੜ੍ਹਾਈ ਦੀ ਟੈਨਸ਼ਨ, ਰੈਂਟ ਭਰਨਾ ਹੁੰਦਾ ਆ। ਪਰ ਮੇਰੇ ਖਿਆਲ ਨਾਲ ਇਹ ਸਾਰੀਆਂ ਬਰਾਬਰ ਪਰੇਸ਼ਾਨੀਆਂ ਮੁੰਡਿਆਂ ਨੂੰ ਵੀ ਨੇ, ਹੈਨਾ। ਜਦੋਂ ਅਸੀਂ ਮੁੰਡਿਆਂ ਨੂੰ ਭੇਜਣ ਤੋਂ ਨਹੀਂ ਕਤਰਾ ਰਹੇ ਹੈਗੇ, ਮੁੰਡੇ ਇਕੱਲੇ ਆ ਰਹੇ ਨੇ, ਤੇ ਕੁੜੀਆਂ ਦੇ ਲਈ ਅਸੀਂ ਇਹ ਸੋਚ ਲੈਣਾ ਕਿ ਸ਼ਾਇਦ ਇਹ ਉੱਥੇ ਜਾ ਕੇ ਐਡਜਸਟ ਹੀ ਨਹੀਂ ਹੋ ਪਾਉਣਗੀਆਂ। ਬਹੁਤ ਆਪਣੇ ਤੁਹਾਡੇ ਜਾਣ ਪਛਾਣ ਚ ਵੀ ਹੋਣਗੀਆਂ, ਬਹੁਤ ਕੁੜੀਆਂ ਨੇ ਜਿਹੜੀਆਂ ਇਕੱਲੀਆਂ ਆਈਆਂ ਨੇ, ਜਿਨ੍ਹਾਂ ਨੇ ਇਕੱਲਿਆਂ ਆ ਕੇ ਇੱਥੇ ਮਿਹਨਤ ਕੀਤੀ ਆ, ਪੜ੍ਹਾਈ ਕੀਤੀ ਆ, ਰੈਂਟ ਵੀ ਦਿੱਤਾ ਆ, ਜੌਬਾਂ ਵੀ ਲੱਭੀਆਂ ਨੇ, ਕੰਮ ਵੀ ਲੱਭੇ ਨੇ, ਤੇ ਪੱਕੀਆਂ ਵੀ ਹੋਈਆਂ ਨੇ, ਹੈਨਾ। ਬਿਲਕੁਲ। ਤੇ ਫਿਰ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਪਿੱਛੇ ਬਿਲਕੁਲ ਬੁਲਾਇਆ ਆ। ਮੈਨੂੰ ਲੱਗਦਾ ਕਿ ਗੱਲ ਸਿਰਫ ਇਹ ਹੈ ਕਿ ਜੇ ਅਸੀਂ ਮੁੰਡਿਆਂ ਤੇ ਵਿਸ਼ਵਾਸ ਕਰ ਲਿਆ ਤੇ ਕੁੜੀਆਂ ਤੇ ਵੀ ਵਿਸ਼ਵਾਸ ਕਰਨਾ ਸਾਨੂੰ ਚਾਹੀਦਾ, ਬਹੁਤ ਚਾਹੀਦਾ, ਜ਼ਰੂਰੀ ਹੈ। ਜਦੋਂ ਅਸੀਂ ਕਹਿ ਰਹੇ ਹਾਂ ਕਿ ਕੁੜੀਆਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ, ਤੇ ਜੇ ਸਾਡੇ ਕੁੜੀਆਂ ਜਿਹੜੀਆਂ ਕੱਲੀਆਂ ਆਈਆਂ ਨੇ, ਜੇ ਉਹਨਾਂ ਦੇ ਵਿੱਚ ਕੁਝ ਉਦਾਹਰਨਾਂ ਸੈੱਟ ਹੋ ਗਈਆਂ ਨੇ ਨਾ ਕਿ ਕੋਈ ਕੁੜੀ ਇੱਥੇ ਆ ਕੇ ਵਿਗੜ ਗਈ ਹੋਏਗੀ, ਤੇ ਜਿਹੜੀਆਂ ਸਹੀ ਰਹੀਆਂ ਨੇ, ਜਿਨ੍ਹਾਂ ਨੇ ਮਿਹਨਤ ਕਰਕੇ ਸੈਟਲ ਹੋਈਆਂ ਨੇ, ਸਫਲਤਾ ਹਾਸਲ ਕੀਤੀ ਹੈ, ਉਹਨਾਂ ਦੀਆਂ ਉਦਾਹਰਨਾਂ ਅਸੀਂ ਕਿਉਂ ਭੁੱਲਦੇ ਹਾਂ। ਤੇ ਜੇ ਕੁਝ ਕੁੜੀਆਂ ਸਹੀ ਰਾਹ ਤੇ ਨਹੀਂ ਰਹੀਆਂ ਤੇ ਸਾਰੇ ਮੁੰਡੇ ਵੀ ਸਹੀ ਰਾਹ ਤੇ ਨਹੀਂ ਰਹਿੰਦੇ। ਹਾਂ, ਮੇਰੇ ਖਿਆਲ ਨਾਲ ਉਮਰ ਹੀ ਐਸੀ ਹੈ। ਹਾਂ, ਕਾਫੀ ਕੇਸ ਹੈਗੇ ਵੀ ਨੇ ਮੁੰਡਿਆਂ ਦੇ ਜਿਨ੍ਹਾਂ ਦੇ ਨਾਲ ਮਤਲਬ ਜਿਹੜੇ ਆ ਕੇ ਇੱਥੇ ਫਿਰ ਨਸ਼ਿਆਂ 'ਚ ਵੀ ਪਏ ਨੇ, ਹਨਾ, ਜਿਨ੍ਹਾਂ ਨੇ ਆ ਕੇ ਮੁੜ ਕੇ ਪਿੱਛੇ ਘਰਦਿਆਂ ਨੂੰ ਨਹੀਂ ਪੁੱਛਿਆ। ਕਈ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਨਹੀਂ ਪੁੱਛਿਆ। ਬਿਲਕੁਲ, ਹੈਨਾ, ਬਿਲਕੁਲ। ਉਹ ਦੋਨੋਂ ਪਾਸੇ ਕੇਸ, ਦੋਨੋਂ ਪਾਸੇ ਕੇਸ। ਮੈਨੂੰ ਲੱਗਦਾ ਜਿੱਥੇ ਕੁੜੀ ਦੀ ਗੱਲ ਆ ਜਾਂਦੀ ਹੈ ਨਾ, ਕਿ ਜਿੱਥੇ ਕੋਈ ਖਬਰ ਆ ਜਾਏ ਕਿ ਹਾਂਜੀ ਇਹ ਕੁੜੀ ਤੇ ਵਿਆਹ ਹੋਇਆ ਸੀ, ਕੁੜੀ ਤੇ ਉਹਨਾਂ ਨੇ ਪੈਸੇ ਲਾ ਕੇ ਭੇਜਿਆ ਸੀ, ਉਹ ਖਬਰ ਅਸੀਂ ਸ਼ੇਅਰ ਵੀ ਬਹੁਤ ਕਰਦੇ ਹਾਂ, ਬਹੁਤ ਜ਼ਿਆਦਾ। ਮੇਰੇ ਖਿਆਲ ਨਾਲ ਉਹ ਸਾਡਾ ਉਹ ਚੀਜ਼ ਨਾ, ਕਹਿੰਦੇ ਹੁੰਦੇ ਆ ਨਾ ਕਿ ਆਪਾਂ ਬਹੁਤ ਜ਼ਿਆਦਾ ਚੱਕ ਲੈਂਦੇ ਆ ਉਸ ਚੀਜ਼ ਨੂੰ। ਉਹ ਦਿਮਾਗ ਦੇ ਵਿੱਚ ਇੱਕ ਕੀੜਾ ਬਿਠਾਤਾ ਹੋਇਆ ਆ ਕਿ ਇਹ ਕੁੜੀਆਂ ਹੀ ਏਦਾਂ ਕਰਦੀਆਂ ਨੇ। ਹਾਂ, ਤੇ ਜੇ ਕੋਈ ਰਿਸ਼ਤਾ ਟੁੱਟਿਆ ਤੇ ਉਹ ਕੁੜੀ ਦਾ ਹੀ ਕਸੂਰ ਹੈ। ਹਾਂ, ਬਸ। ਮਤਲਬ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਵੀ ਗਲਤ ਹੋ ਸਕਦਾ, ਦੋਨਾਂ ਧਿਰਾਂ ਦਾ ਜਿਹੜਾ ਕਸੂਰ ਬਰਾਬਰ ਵੀ ਹੋ ਸਕਦਾ, ਤੇ ਇਹ ਵੀ ਹੋ ਸਕਦਾ ਕਿ ਇੱਕ ਧਿਰ ਨਿਰਦੋਸ਼ ਹੋਏ। ਮੈਂ ਇਹ ਨਹੀਂ ਇੱਥੇ ਕਹਿ ਰਹੀ ਕਿ ਕੁੜੀਆਂ ਹੀ ਨਿਰਦੋਸ਼ ਹੁੰਦੀਆਂ ਨੇ ਜਾਂ ਕੁੜੀਆਂ ਅਬਲਾ ਹੁੰਦੀਆਂ ਨੇ, ਪਰ ਉਹ ਵੀ ਮੈਨੂੰ ਲੱਗਦਾ ਜ਼ਮਾਨੇ ਬਹੁਤ ਪਿੱਛੇ ਚਲੇ ਗਏ। ਸਾਡੇ ਦੇਖਣ ਸੁਣਨ ਦੇ ਵਿੱਚ ਇਹ ਵੀ ਉਦਾਹਰਨ ਆਈਆਂ ਨੇ ਜਿੱਥੇ ਕੁੜੀਆਂ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਵੀ ਕੀਤਾ ਆਪਣੇ ਜੀਵਨ ਸਾਥੀਆਂ ਨੂੰ, ਪਰ ਇਸ ਦੇ ਨਾਲ ਅਸੀਂ ਸਾਰੀਆਂ ਹੀ ਕੁੜੀਆਂ ਦੇ ਲਈ ਪਰਸੈਪਸ਼ਨ ਗਲਤ ਬਣਾ ਲੈਣੀ ਜਾਂ ਸਾਰੇ ਮੁੰਡਿਆਂ ਦੇ ਲਈ ਆਪਣੀ ਗਲਤ ਪਰਸੈਪਸ਼ਨ ਬਣਾ ਲੈਣੀ, ਉਹ ਜ਼ਰੂਰ ਸਾਨੂੰ ਗਲਤ ਰਾਹ ਤੇ ਤੋਰ ਦਿੰਦੀ ਹੈ। ਜਿਵੇਂ ਉਹਨੇ ਕਿਹਾ ਸੀ ਨਾ ਕਿ ਅਸੀਂ ਹੁਣ ਜਿਵੇਂ ਆਉਣ ਵਾਲੇ ਕੁੜੀਆਂ ਮੁੰਡਿਆਂ ਦੀ ਗੱਲ ਕੀਤੀ, ਤੇ ਸ਼ੈਰੀ ਮਾਨ ਦਾ ਸ਼ਾਇਦ ਗਾਣਾ ਸੀ ਕਿ ਸਾਡੇ ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ, ਕੁਝ ਨੂੰ ਮਿਲ ਗਈ ਨੌਕਰੀ ਤੇ ਕੁਝ ਹੋ ਕੇ ਤਬਾਹ ਨਿਕਲੇ। ਸੋ ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦਾ ਤੇ ਹਰ ਬੰਦਾ ਅਸਫਲ ਨਹੀਂ ਹੁੰਦਾ, ਪਰ ਆਪੋ ਆਪਣੇ ਢੰਗ ਦੇ ਨਾਲ ਆਪਣੀ ਆਪਣੀ ਸੋਚਣ ਸਮਝਣ ਦੀ ਸਮਰੱਥਾ ਦੇ ਮੁਤਾਬਕ ਹਰ ਬੱਚਾ, ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਨ ਦਾ ਇੱਛੁਕ ਹੁੰਦਾ, ਅੱਗੇ ਨੂੰ ਵਧਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਰਹਿੰਦਾ। ਕਿਸੇ ਨੂੰ ਦੇਰ ਦੇ ਨਾਲ ਸਫਲਤਾ ਮਿਲ ਗਈ ਹੋਏਗੀ, ਕਿਸੇ ਨੂੰ ਜਲਦੀ ਮਿਲ ਗਈ ਹੋਏਗੀ, ਪਰ ਇਹ ਹਰੇਕ ਦਾ ਹੱਕ ਵੀ ਬਣਦਾ ਤੇ ਹਰ ਬੰਦਾ ਆਪਣੇ ਵੱਲੋਂ ਕੋਸ਼ਿਸ਼ ਅਗਾਂਹ ਵਧਣ ਦੀ ਹੀ ਕਰਦਾ। ਬਿਲਕੁਲ। ਇਹ ਨਾ ਕੁਝ ਸਮਾਜਿਕ ਵਰਤਾਰਾ ਵੀ ਹੈ ਭੈਣ। ਜਦੋਂ ਆਪਾਂ ਕੁਝ ਕੁ ਸਾਲ ਪਿੱਛੇ ਚੱਲ ਜਾਈਏ, ਅੱਜ ਤੋਂ 15-20 ਸਾਲ ਪਿੱਛੇ ਚੱਲ ਜਾਈਏ, ਤੇ ਕੀ ਹੁੰਦਾ ਸੀਗਾ ਕਿ ਉਦੋਂ ਸਾਰੇ ਕੇਸ ਇਸ ਤਰ੍ਹਾਂ ਦੇ ਆਉਂਦੇ ਸੀਗੇ ਕਿ ਜਦੋਂ ਕੁੜੀਆਂ ਨੂੰ ਵਿਆਹ ਕੇ ਬੰਦੇ ਜਿਹੜੇ ਮੁੰਡੇ ਆ ਉਹ ਛੱਡ ਜਾਂਦੇ ਸੀ, ਹਨਾ, ਉਹ ਬਾਹਰ ਚਲੇ ਜਾਂਦੇ ਸੀਗੇ। ਜ਼ਿਆਦਾਤਰ ਕੇਸ ਮੇਰੇ ਖਿਆਲ ਨਾਲ 90% ਕੇਸ ਇਸ ਤਰ੍ਹਾਂ ਦੇ ਸੀਗੇ ਕਿ ਮੁੰਡੇ ਵਿਆਹ ਕੇ ਛੱਡ ਜਾਂਦੇ ਸੀਗੇ, ਮੁੜ ਕੇ ਸਾਲਾਂ ਬੱਧੀ ਵਾਪਸ ਨਹੀਂ ਸੀ ਆਉਂਦੇ, ਹਨਾ। ਫੋਨ ਤਾਂ ਚਲੋ ਉਸ ਟਾਈਮ ਹੁੰਦੇ ਹੀ ਨਹੀਂ ਸੀ, ਕੋਈ ਚਿੱਠੀ ਪੱਤਰ ਹੀ ਹੁੰਦਾ ਸੀਗਾ। ਕਈ ਲੈ ਕੇ ਵੀ ਜਾਂਦੇ ਸੀਗੇ ਨਾਲ, ਉੱਥੇ ਜਾ ਕੇ ਕੁੜੀਆਂ ਨਾਲ ਬਹੁਤ ਮਾੜਾ ਵਿਹਾਰ ਕੀਤਾ ਜਾਂਦਾ ਸੀਗਾ ਬਾਹਰ ਪਹੁੰਚ ਕੇ, ਹੈਨਾ। ਬੜੇ ਕੇਸਿਸ ਦੇ ਵਿੱਚ ਦੂਜਾ ਵਿਆਹ ਕਰਾਇਆ ਹੁੰਦਾ ਸੀ ਉੱਥੇ ਜਾ ਕੇ। ਹਾਂਜੀ, ਵੱਖਰੀ ਨੈਸ਼ਨੈਲਿਟੀ ਉਹ ਕੀ ਹੁੰਦਾ ਕਿ ਉਹ ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਉਸ ਟਾਈਮ ਸੀਗਾ ਕਿ ਸਿਰਫ ਮੁੰਡਿਆਂ ਨੂੰ ਬਾਹਰ ਭੇਜਿਆ ਜਾਂਦਾ ਸੀ, ਕੁੜੀਆਂ ਪੜ੍ਹਦੀਆਂ ਨਹੀਂ ਸੀ, ਘਰੇ ਰਹਿੰਦੀਆਂ ਸੀ। ਤੇ ਉਸ ਚੀਜ਼ ਚੋਂ ਇੱਕ ਹੋਰ ਚੀਜ਼ ਨਿਕਲ ਕੇ ਬਾਹਰ ਆਈ, ਫਿਰ ਕੁੜੀਆਂ ਨੇ ਹੌਸਲਾ ਕੀਤਾ ਕਿ ਅਸੀਂ ਪੜ੍ਹਨਾ ਆ, ਹੈਨਾ। ਉਹ ਬਦਲਾਅ ਆਇਆ, ਕੁੜੀਆਂ ਨੇ ਪੜ੍ਹਨਾ ਸ਼ੁਰੂ ਕੀਤਾ। ਪਰ ਉਹ 10-15 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਬਦਲਾਅ ਬਿਲਕੁਲ ਹੀ ਪੁੱਠਾ ਪੈ ਗਿਆ। ਕੁੜੀਆਂ ਨੇ ਪੜ੍ਹਨਾ ਸ਼ੁਰੂ ਕਰਤਾ, ਮੁੰਡਿਆਂ ਨੇ ਪੜ੍ਹਨਾ ਬੰਦ ਹੀ ਕਰਤਾ। ਮੈਂ ਸਾਰੇ ਮੁੰਡਿਆਂ ਦੀ ਗੱਲ ਨਹੀਂ ਕਰਦੀ, ਪਰ ਮੁੰਡਿਆਂ ਨੂੰ ਇਹ ਚੀਜ਼ ਈਜ਼ੀ ਤਰੀਕਾ, ਇੱਕ ਆਸਾਨ ਤਰੀਕਾ ਲੱਗਣ ਲੱਗ ਗਿਆ ਕਿ ਪੜ੍ਹਨ ਨੂੰ ਰਹਿਣ ਦਿਓ, ਕੁੜੀ ਲੱਭ ਲਾਂਗੇ,
ਹੈਨਾ। ਆਇਲਸ ਕੀਤੀ ਹੋਈ ਕੁੜੀ ਲੱਭ ਲਾਂਗੇ, ਨਹੀਂ ਤਾਂ ਬਾਹਰੋਂ ਕੋਈ ਕੁੜੀ ਲੱਭ ਲਾਂਗੇ, ਦੇਖ ਲਾਂਗੇ ਕੋਈ ਰਿਸ਼ਤਾ ਆ ਜਾਊਗਾ, ਕੁੜੀ ਦੇ ਨਾਲ ਚੱਲ ਜਾਾਂਗੇ ਵਿਆਹ ਕਰਾ ਕੇ। ਸੋ ਮੇਰੇ ਖਿਆਲ ਨਾਲ ਜਿਹੜਾ ਸਾਡਾ ਸਮਾਜ ਆ ਉਹ ਇੱਕ ਵਾਰੀ ਫੇਰ ਬਦਲਾਅ ਦੀ ਮੰਗ ਕਰਦਾ ਆ ਕਿ ਪੜ੍ਹਾਈ ਲਿਖਾਈ ਦੋਨੋਂ ਪਾਰਟਨਰਸ ਦੇ ਲਈ ਬਹੁਤ ਜ਼ਰੂਰੀ ਆ। ਨਹੀਂ ਤੇ ਜਿਹੜਾ ਇਹ ਫਾਸਲਾ ਆ ਇਹ ਐਸੇ ਤਰ੍ਹਾਂ ਜੇ ਬਣਿਆ ਰਿਹਾ ਤੇ ਉਹ ਸੇਮ ਉਹੀ ਪੁਰਾਣੀਆਂ ਗੱਲਾਂ ਫੇਰ ਵਾਪਰਨ ਲੱਗ ਜਾਣਗੀਆਂ। ਪਰ ਉਲਟ ਹੋ ਜਾਏਗਾ ਕਿ ਜਿੱਥੇ ਮੁੰਡਿਆਂ ਦੀ ਉਹ ਸੀਗੀ ਕਿ ਉਹ ਛੱਡਦੇ ਸੀਗੇ, ਕਿਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਜਿਹੜੀ ਔਰਤ ਆ ਉਹ ਇਸ ਚੀਜ਼ ਲਈ ਮਜਬੂਰ ਹੋ ਜਾਵੇ ਕਿ ਘਰ ਦੇ ਭਾਵੇਂ ਮਜਬੂਰੀ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਵਿਆਹ ਕਰਕੇ ਭੇਜ ਦੇਣ, ਪਰ ਇੱਥੇ ਆ ਕੇ ਜਦੋਂ ਫਿਰ ਬੱਚਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਆ ਕਿ ਜਦੋਂ ਇਹ ਬਾਹਰ ਨਿਕਲਦਾ ਆ ਤੇ ਉੱਥੇ ਆ ਕੇ ਜਦੋਂ ਇੱਕ ਇਸ ਚੀਜ਼ ਨੂੰ ਸਿਰਫ ਪੜ੍ਹਾਈ ਦੇ ਤੌਰ ਤੇ ਆਪਾਂ ਦੇਖ ਲਈਏ ਤੇ ਉਸ ਚੀਜ਼ ਪਿੱਛੇ ਬੱਚੇ ਪਿੱਛੇ ਨਾ ਰਹਿ ਜਾਣ ਕਿ ਇਹ ਨਾ ਹੋਵੇ ਕਿ ਉਹਨਾਂ ਨੂੰ ਇਹ ਲੱਗਣ ਲੱਗ ਜਾਵੇ। ਸੋ ਪੜ੍ਹਾਈ ਜਿਹੜਾ ਹੈ ਨਾ ਇਹ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਕੁੜੀਆਂ ਲਈ ਵੀ ਤੇ ਮੁੰਡਿਆਂ ਦੇ ਲਈ ਵੀ, ਹੈ ਨਾ ਜੀ। ਤੁਸੀਂ ਜਿਵੇਂ ਗੱਲ ਕੀਤੀ ਨਾ ਕਿ ਮੁੰਡੇ ਉਦੋਂ ਚਲੇ ਜਾਂਦੇ ਹੁੰਦੇ ਸੀ ਬਾਹਰ ਤੇ ਲੈ ਕੇ ਨਹੀਂ ਸੀ ਜਾਂਦੇ, ਮੈਨੂੰ ਲੱਗਦਾ ਉਦੋਂ ਮੁੰਡਿਆਂ ਨੂੰ ਸ਼ਾਇਦ ਲੱਗਦਾ ਹੁੰਦਾ ਸੀ ਕਿ ਸਾਡੀ ਜਿਹੜੀ ਵਾਈਫ ਹੈ ਜਾਂ ਸਾਡੀ ਘਰ ਵਾਲੀ ਹੈ ਸਾਡੇ ਤੇ ਬੋਝ ਹੈ। ਹਾਂਜੀ। ਤੇ ਉਹਨਾਂ ਨੂੰ ਇੱਕ ਉਹ ਅਹਿਸਾਸ ਕਿ ਅਸੀਂ ਹੀ ਜ਼ਿੰਮੇਵਾਰੀ ਚੁੱਕਣੀ ਆ ਜਾਂ ਮੈਂ ਹੀ ਕਮਾਉਣਾ ਆ। ਸੋ ਇਹ ਦੂਜੇ ਪਾਸੇ ਜੇ ਵੇਖੀਏ ਹੁਣ, ਜੇ ਕਿਉਂਕਿ ਜ਼ਿਆਦਾ ਫਰਕ ਉਦੋਂ ਪਿਆ ਜਦੋਂ ਸਟੂਡੈਂਟ ਵੀਜ਼ੇ ਸ਼ੁਰੂ ਹੋਏ, ਫਿਰ ਜਿਵੇਂ ਤੁਸੀਂ ਕਿਹਾ ਕਿ ਕੁੜੀਆਂ ਦੀ ਥੋੜੀ ਇਹ ਪੁੱਛ ਹੋ ਗਈ ਕਿ ਕੁੜੀਆਂ ਨੂੰ ਆਇਲਸ ਕਰਵਾ ਲਓ, ਕੁੜੀਆਂ ਪੜ੍ਹ ਲੈਂਦੀਆਂ ਨੇ ਜਾਂ ਪੜ੍ਹਾ ਲਓ। ਸੋ ਇਹ ਜਦੋਂ ਸਾਰਾ ਵਰਤਾਰਾ ਬਦਲ ਹੀ ਗਿਆ ਤੇ ਹੁਣ ਕਿਤੇ ਨਾ ਕਿਤੇ ਇਹ ਵੀ ਦੇਖਣ ਦੇ ਵਿੱਚ ਆਉਂਦਾ, ਆਪਾਂ ਦੇਖਦੇ ਸੁਣਦੇ ਵੀ ਆ ਕਈ ਕੁੜੀਆਂ ਤੋਂ ਕਿ ਉਹਨਾਂ ਨੂੰ ਵੀ ਇੰਜ ਲੱਗ ਰਿਹਾ ਹੁੰਦਾ ਕਿ ਉਹਨਾਂ ਤੇ ਬੋਝ ਹੈ, ਕਿ ਉਹਨਾਂ ਨੂੰ ਇਸ ਚੀਜ਼ ਦਾ ਬਰਡਨ ਲੱਗ ਰਿਹਾ ਕਿ ਮੈਂ ਹੀ ਇਹ ਸਾਰੇ ਕੰਮ ਕਰ ਰਹੀ ਹਾਂ। ਤੇ ਖਾਸ ਕਰਕੇ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਵਿੱਚ ਇਦਾਂ ਦੇ ਮੁੰਡੇ ਵੀ ਨੇ ਜਿਹੜੇ ਆਮ ਤੌਰ ਤੇ ਜੇਕਰ ਕਿਤੇ ਤੁਸੀਂ ਆਪਣੇ ਯੂਟਿਲਿਟੀ ਬਿੱਲ ਦੇ ਲਈ ਕੋਈ ਕਾਲ ਕਰਨੀ ਹੈ ਨਾ ਕਿਸੇ ਕੰਪਨੀ ਨੂੰ, ਜਾਂ ਤੁਸੀਂ IRD ਨੂੰ ਕਾਲ ਕਰਨੀ ਆ ਜਾਂ ਕਿਸੇ ਵੀ ਹੋਰ ਕੰਮ ਦੇ ਲਈ, ਤੇ ਉਹ ਆਪਣੀਆਂ ਵਾਈਫਸ ਨੂੰ ਕਹਿੰਦੇ ਨੇ, ਆਪਣੇ ਘਰ ਵਾਲੀਆਂ ਨੂੰ ਕਹਿੰਦੇ ਨੇ ਕਿ ਤੁਸੀਂ ਡੀਲ ਕਰੋ ਇਹਨਾਂ ਦੇ ਨਾਲ, ਭਾਵੇਂ ਕਿ ਉਹ ਮੁੰਡੇ ਇੰਗਲਿਸ਼ 'ਚ ਗੱਲ ਕਰ ਵੀ ਸਕਦੇ ਹੋਣ, ਪਰ ਤਾਂ ਵੀ ਉਹਨਾਂ ਨੂੰ ਇੰਜ ਲੱਗਦਾ ਹੁੰਦਾ ਕਿ ਇਹ ਕੁੜੀ ਹੀ ਕਰੇਗੀ ਤੇ ਬੈਟਰ ਰਹੇਗਾ। ਮੈਨੂੰ ਲੱਗਦਾ ਕਿ ਜਦੋਂ ਤੁਹਾਡਾ ਵਿਆਹ ਹੁੰਦਾ ਹੈ ਤੇ ਜਿਹੜੇ ਜੀਵਨ ਸਾਥੀ ਉਹ ਇੱਕ ਦੂਜੇ ਦਾ ਭਾਰ ਵੰਡਾਉਣ ਲਈ ਹੁੰਦੇ ਨੇ, ਇੱਕ ਦੂਜੇ ਤੇ ਭਾਰ ਪਾਉਣ ਦੇ ਲਈ ਥੋੜੇ ਹੁੰਦੇ ਨੇ। ਖੈਰ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਜੇ ਇੱਕ ਕੁੜੀ ਨੇ ਫੋਨ ਕਰ ਲਿਆ ਕਿਸੇ ਬਿੱਲ ਦੇ ਲਈ ਜਾਂ ਕਿਸੇ ਵੀ ਹੋਰ ਕੰਮ ਦੇ ਲਈ ਕਿਸੇ ਕੰਪਨੀ ਨੂੰ, ਉਹ ਮੁੰਡੇ ਦੇ ਬਿਹਾਫ ਤੇ ਵੀ ਉਹ ਕੁੜੀ ਨੇ ਜੇਕਰ ਗੱਲ ਕਰ ਲਈ ਤੇ ਕੋਈ ਇੰਜ ਨਹੀਂ, ਮੈਂ ਇਹ ਡੈਫੀਨੇਟਲੀ ਨਹੀਂ ਕਹਿ ਰਹੀ ਕਿ ਉਹ ਕੁੜੀ ਤੇ ਵੀ ਭਾਰ ਪੈ ਗਿਆ, ਪਰ ਬੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ 'ਚ ਤੁਸੀਂ ਇੱਕ ਦੂਜੇ ਨੂੰ ਬੜਾ ਹਲਕਾ ਮਹਿਸੂਸ ਕਰਵਾਉਣਾ ਹੁੰਦਾ ਹੈ, ਤੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਫਿਰ ਇਹੀ ਬੋਝ ਵੀ ਲੱਗਣ ਲੱਗ ਜਾਂਦੀਆਂ ਨੇ ਜੇ ਲੋੜ ਤੋਂ ਜ਼ਿਆਦਾ ਹੋ ਜਾਏ, ਇਸ ਤਰ੍ਹਾਂ ਹੋਣ ਲੱਗ ਜਾਂਦੀ ਹੈ ਜੀ। ਤੇ ਪੰਜਾਬ ਰਹਿੰਦੇ ਮਾਪਿਆਂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੱਚਾ ਹਲੇ ਇੰਨਾ ਜ਼ਿੰਮੇਵਾਰ ਨਹੀਂ ਹੈ ਕਿ ਜਿਹੜਾ ਘਰੋਂ ਬਾਹਰ ਨਿਕਲ ਕੇ ਆਪਣੀ ਜ਼ਿੰਮੇਵਾਰੀ ਵੀ ਸਾਂਭ ਸਕਦਾ ਆ, ਤੇ ਉਹਨੂੰ ਬਾਹਰ ਕਿਸੇ ਦੇ ਨਾਲ ਵਿਆਹ ਕੇ ਭੇਜਣ ਨਾਲੋਂ ਚੰਗਾ ਆ ਕਿ ਤੁਸੀਂ ਉਹਨਾਂ ਨੂੰ ਉੱਥੇ ਰੱਖੋ, ਉਹਨਾਂ ਨੂੰ ਉੱਥੇ ਪੜ੍ਹਾਈ ਕਰਵਾਓ। +2 12ਵੀਂ ਤੋਂ ਬਾਅਦ ਭੇਜਣਾ ਕੋਈ ਇੰਨਾ ਜ਼ਰੂਰੀ ਵੀ ਨਹੀਂ ਹੈਗਾ, ਤੇ ਤੁਸੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੱਚੇ ਨੂੰ ਪੜ੍ਹਾ ਲਿਖਾ ਲਓ ਤਾਂ ਕਿ ਉਹ ਬੱਚਾ ਉਨਾ ਕੁ ਸਮਰੱਥ ਹੋ ਜਾਵੇ ਕਿ ਆਪਣੀ ਜ਼ਿੰਮੇਵਾਰੀ ਐਟਲੀਸਟ ਸਾਂਭਣ ਜੋਗਾ ਹੋਵੇ, ਤੇ ਤੁਹਾਨੂੰ ਇਹ ਫੈਸਲਾ ਨਾ ਲੈਣਾ ਪਵੇ ਕਿ ਮੈਂ ਇਹਨੂੰ ਵਿਆਹ ਕੇ ਕਿਸੇ ਨਾਲ ਭੇਜਣਾ ਆ, ਹੈ ਨਾ। ਬਿਲਕੁਲ। ਕੁਝ ਕੇਸਿਸ ਦੇ ਵਿੱਚ ਜੇ ਕੋਈ ਤੁਹਾਡੇ ਖਾਸ ਰਿਸ਼ਤੇਦਾਰ ਭੈਣ ਭਰਾ ਹੋਵੇ ਤੇ ਮੇਰੇ ਖਿਆਲ ਉੱਥੇ ਸ਼ਾਇਦ ਇਹ ਸਮੱਸਿਆ ਨਹੀਂ ਵੀ ਆਉਂਦੀ। ਜੇ ਤੁਸੀਂ ਕਿਸੇ ਇਦਾਂ ਦੇ ਮੁਲਕ ਦੇ ਵਿੱਚ ਭੇਜਣਾ ਚਾਹੁੰਦੇ ਹੋ ਜਿੱਥੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਕਰੀਬੀ ਰਿਸ਼ਤੇਦਾਰ ਨਹੀਂ ਤੇ ਤੁਹਾਨੂੰ ਲੱਗਦਾ ਕਿ ਕੁੜੀ ਇਕੱਲੀ ਨੂੰ ਭੇਜਣਾ ਬੜਾ ਵੱਡਾ ਰਿਸਕ ਹੈ, ਤੇ ਤੁਸੀਂ ਉਹਨੂੰ ਇਸ ਸਮਰੱਥ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਉਹ ਕੁੜੀ ਇਹ ਫੈਸਲਾ ਲੈਣ ਜੋਗੀ ਹੋ ਜਾਵੇ ਕਿ ਕਿਹੜੀ ਚੀਜ਼ ਉਹਦੇ ਲਈ ਸਹੀ ਹੈ ਤੇ ਕਿਹੜੀ ਗਲਤ ਹੈ। ਬਾਕੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਕਮਿਊਨੀਕੇਸ਼ਨ ਜਿਹੜੀ ਹੈ ਇਹਦੇ ਸੋਰਸ ਬਹੁਤ ਨੇ, ਇਹ ਉਹ ਵੇਲੇ ਤਾਂ ਹੁਣ ਹੈ ਨਹੀਂ ਕਿ ਜਦੋਂ ਕਿਸੇ ਨੂੰ ਕੋਈ ਜਾਣਦਾ ਨਹੀਂ ਜੀ, ਬਿਲਕੁਲ, ਜਾਂ ਫੋਨ ਵੀ ਕਿਤੇ ਲੈਂਡਲਾਈਨ ਤੋਂ ਕਾਰਡ ਤੋਂ ਫਿਰ ਕੋਈ ਕਈ ਦਿਨਾਂ ਬਾਅਦ ਹੁੰਦਾ ਸੀ। ਹੁਣ ਤਾਂ ਪਲ ਪਲ ਦੀ ਖਬਰ ਜਿਹੜੀ ਉਹ ਮਾਪੇ ਆਪਣੇ ਬੱਚਿਆਂ ਤੋਂ ਲੈਂਦੇ ਨੇ, ਤੇ ਜੇ ਬੱਚੇ ਇਨ ਟੱਚ ਰਹਿੰਦੇ ਨੇ, ਇਹ ਸਾਰਾ ਮੈਨੂੰ ਲੱਗਦਾ ਤੁਹਾਡੇ ਰਿਸ਼ਤਿਆਂ ਦੀ ਸਟਰੈਂਥ ਕਿੰਨੀ ਕੁ ਹੈ ਇਹਦੇ ਤੇ ਡਿਪੈਂਡ ਕਰਦਾ। ਸੋ ਆਪਾਂ ਇਹ ਕੋਸ਼ਿਸ਼ ਕਰੀਏ ਕਿ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਉਹਨਾਂ ਨੂੰ ਇੰਡੀਪੈਂਡੈਂਟਲੀ ਰਹਿਣ ਦੀ ਇੱਕ ਉਹਨਾਂ ਦੀ ਜਿਹੜੀ ਆਪਣੀ ਸਮਰੱਥਾ ਹੈ ਉਸ ਤੇ ਧਿਆਨ ਦੇਈਏ। ਸਾਡੇ ਬੱਚੇ ਜਿਹੜੇ ਨੇ ਉਹ ਆਪਣੇ ਡਿਸੀਜ਼ਨ ਆਪ ਬਣਾ ਸਕਦੇ ਨੇ, ਜੇ ਬਣਾ ਲੈਂਦੇ ਨੇ ਤੇ ਕਿੰਨੇ ਕੁ ਉਹ ਮਤਲਬ ਸਹੀ ਡਿਸੀਜ਼ਨ ਬਣਾਉਂਦੇ ਨੇ, ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਤਿਆਰ ਕਰ ਲਈਏ। ਜੇ ਅਸੀਂ ਇਹ ਚੀਜ਼ਾਂ ਮੰਨ ਹੀ ਰਹੇ ਹਾਂ ਕਿ ਅਸੀਂ ਬੱਚੇ ਨੂੰ, ਜ਼ਰੂਰੀ ਨਹੀਂ ਕਿ ਅਸੀਂ ਬਾਹਰਲੇ ਮੁਲਕਾਂ 'ਚ ਹੀ ਭੇਜਣਾ, ਪੰਜਾਬ ਤੋਂ ਬਾਹਰ ਵੀ ਤੁਸੀਂ ਜੇਕਰ ਬੱਚੇ ਨੂੰ ਕਿਤੇ ਭੇਜਦੇ ਹੋ, ਹਾਇਰ ਸਟੱਡੀਜ਼ ਦੇ ਲਈ ਬੱਚੇ ਨੂੰ ਹੋਸਟਲ ਭੇਜ ਰਹੇ ਹੋ, ਉੱਥੇ ਵੀ ਇਹ ਸਮੱਸਿਆਵਾਂ ਬੱਚੇ ਨੂੰ ਆ ਸਕਦੀਆਂ ਨੇ। ਸੋ ਕੱਲੇ ਛੋਟੇ ਬੱਚਿਆਂ ਦੇ ਜਦੋਂ ਅਸੀਂ ਪਾਲਣ ਪੋਸ਼ਣ ਦੀ ਗੱਲ ਕਰਦੇ ਹਾਂ, ਉਸ ਤੋਂ ਇਲਾਵਾ ਜਦੋਂ ਬੱਚੇ
ਟੀਨੇਜ ਤੋਂ ਬਾਅਦ ਸਕੂਲ ਤੋਂ ਨਿਕਲ ਕੇ ਫਿਰ ਕਾਲਜ ਆਉਂਦੇ ਨੇ, ਯੂਨੀਵਰਸਿਟੀਜ਼ ਜਾਂਦੇ ਨੇ, ਇਹ ਸਾਰੇ ਸਾਡੇ ਲਈ ਬੜੀਆਂ ਵੱਡੀਆਂ ਚਿੰਤਾਵਾਂ ਹੁੰਦੀਆਂ ਨੇ। ਮੈਨੂੰ ਲੱਗਦਾ ਹੈ ਕਿ ਬੱਚੇ ਦੀ ਫੈਸਲੇ ਲੈਣ ਦੀ ਸਮਰੱਥਾ ਜਿਹੜੀ ਹੈ ਉਸ ਨੂੰ ਅਸੀਂ ਜੇਕਰ ਥੋੜਾ ਜਿਹਾ ਤਰੀਕੇ ਦੇ ਨਾਲ ਪਾਲਿਸ਼ ਕਰ ਲਈਏ ਤੇ ਸ਼ਾਇਦ ਅਸੀਂ ਮਾਪੇ ਅੱਧੇ ਸੁਖਾਲੇ ਹੋ ਜਾਣਗੇ। ਜੀ ਬਿਲਕੁਲ ਸਹੀ ਗੱਲ ਹੈ। ਮੇਰੇ ਖਿਆਲ ਨਾਲ ਆਪਣਾ ਵਿਸ਼ਾ ਜਿਹੜਾ ਹੈ ਆਪਾਂ ਇਹਨੂੰ ਹੁਣ, ਕਿਉਂਕਿ ਸਾਡੀ ਗੱਲਬਾਤ ਦਾ ਵਿਸ਼ਾ ਜਿਹੜਾ ਸੀ ਉਹ ਇਹੀ ਸੀ, ਅਸੀਂ ਇਹੀ ਕਹਿਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀਗੇ ਕਿ ਬੱਚਿਆਂ ਨੂੰ ਇਕੱਲੇ ਭੇਜਣਾ ਜਾਂ ਨਾ ਭੇਜਣਾ ਬੇਸ਼ੱਕ ਇਹ ਤੁਹਾਡੀ ਆਪਣੇ ਫੈਸਲੇ ਨੇ, ਨਿੱਜੀ ਫੈਸਲੇ ਨੇ, ਪਰ ਜੇ ਤੁਸੀਂ ਇਕੱਲੇ ਉਹਨਾਂ ਨੂੰ ਭੇਜ ਕੇ ਤੁਹਾਡੇ ਸਿਰ ਤੇ ਕੋਈ ਬੋਝ ਰਹਿੰਦਾ ਆ ਕਿ ਬੱਚਾ ਕਿਵੇਂ ਰਹੇਗਾ ਬਾਹਰ ਜਾ ਕੇ, ਸੋ ਉਹਨੂੰ ਕਿਸੇ ਦੇ ਨਾਲ ਜ਼ਬਰਦਸਤੀ ਦਾ ਰਿਸ਼ਤਾ ਤੈਅ ਕਰਕੇ ਭੇਜਣ ਨਾਲੋਂ ਚੰਗਾ ਆ ਕਿ ਤੁਸੀਂ ਉਹਨੂੰ ਥੋੜੀ ਦੇਰ ਉੱਥੇ ਰੱਖੋ, ਉਹਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਓ, ਉਹਨੂੰ ਪੜ੍ਹ ਲਿਖ ਲੈਣ ਦਿਓ, ਫਿਰ ਇਸ ਤਰ੍ਹਾਂ ਦੇ ਫੈਸਲੇ ਲਓ ਤਾਂ ਕਿ ਬੱਚਾ ਆਪ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਸਕੇ। ਜੀ ਮੇਰੇ ਖਿਆਲ ਰਿਸ਼ਤੇ ਉਹੀ ਜ਼ਿਆਦਾ ਸਟਰੋਂਗ ਹੁੰਦੇ ਨੇ ਜਿੱਥੇ ਜਿਹੜੇ ਦੋਨੋਂ ਧਿਰ ਨੇ ਇੱਕ ਦੂਜੇ ਤੇ ਬੋਝ ਬਣਨ ਦੀ ਬਜਾਏ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਚੱਲਣ ਦੇ ਸਮਰੱਥ ਹੋਣ। ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।